ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੱਕਰ ਚਹਨ ਅਰ ਵਰਨ ਜਾਤ ਅਰ ਪਾਤ ਨਹਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸ਼ਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਵਨ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਦਾ ਇਹ ਵਿਸ਼ੇਸ਼ ਦੀਵਾਨ ਦਸ਼ਮੇਸ਼ ਪਿਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਿਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਤੇ ਮੇਰੇ ਤੋਂ ਪਹਿਲਾਂ ਆਪ ਜੀ ਨੇ ਗੁਰੂ ਪਿਆਰ ਵਾਲਿਆਂ ਪਾਸੋਂ ਰੱਬੀ ਬਾਣੀ ਦੇ ਬਚਨ ਕੀਰਤਨ ਰੂਪ ਦੇ ਵਿੱਚ ਸ਼ਰਵਣ ਕੀਤੇ ਹੈ। ਆਓ ਆਪਾਂ ਯਤਨ ਕਰੀਏ ਜੋ ਪ੍ਰਬੰਧਕ ਵੀਰਾਂ ਵੱਲੋਂ ਸਮੇਂ ਦੀ ਪ੍ਰਾਪਤੀ ਹੋਈ ਹੈ ਉਹ ਤਕਰੀਬਨ 1 ਵਜੇ ਤੱਕ ਹੈ। ਇਸ ਟਾਈਮ ਜਿਹੜਾ 12 ਵੱਜਣ ਨੂੰ ਕੋਈ ਤਕਰੀਬਨ 3-4 ਮਿੰਟ ਰਹਿੰਦੇ ਨੇ, 1 ਘੰਟੇ ਦਾ ਸਮਾਂ ਹੈ ਆਪਾਂ ਦੇ ਕੋਲ।
ਤੇ ਆਪ ਜਿੰਨੇ ਵੀ ਗੁਰੂ ਦਰਬਾਰ ਅੰਦਰ ਹਾਜ਼ਰ ਹੋ, ਗੁਰਮਤਿ ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਦੋ ਬੇਨਤੀਆਂ ਬੜੀ ਜ਼ਰੂਰੀਆਂ ਹੈ, ਉਹਨੂੰ ਆਪ ਜੀ ਧਿਆਨ ਨਾਲ ਸੁਣਿਓ। ਪਹਿਲੀ ਮੇਰੀ ਬੇਨਤੀ ਇਹ ਹੈ ਕਿ ਜਿੰਨਾ ਟਾਈਮ ਆਪਾਂ ਵਿਚਾਰ ਕਰਨੀ ਹੈ, ਆਪ ਸੰਗਤ ਵਿੱਚੋਂ ਕੋਈ ਵੀ ਬੰਦਾ ਪੈਸੇ ਦੇਣ ਵਾਸਤੇ ਨਾ ਉੱਠੇ, ਆਪਣੀ ਜਗ੍ਹਾ ਤੇ ਬੈਠੇ ਰਹਿਣਾ ਹੈ। ਕਥਾ ਦੀ ਸਮਾਪਤੀ ਤੋਂ ਬਾਅਦ ਤੁਸੀਂ ਸੇਵਾ ਕਰ ਸਕਦੇ ਹੋ। ਦੂਸਰੀ ਜ਼ਰੂਰੀ ਬੇਨਤੀ, ਅੱਜ ਸਾਰਿਆਂ ਦੇ ਕੋਲ ਮੋਬਾਈਲ ਫੋਨ ਹੈ, ਉਹ ਆਪਣੇ ਮੋਬਾਈਲ ਫੋਨ 1 ਘੰਟੇ ਵਾਸਤੇ ਗੁਰੂ ਦੀ ਖਾਤਰ ਉਹਨਾਂ ਨੂੰ ਸਾਇਲੈਂਸ ਕਰ ਦਿਓ ਜਾਂ ਬੰਦ ਕਰ ਦਿਓ। ਇੰਝ ਨਾ ਹੋਵੇ ਕਿ ਆਪਾਂ ਵਿਚਾਰ ਕਰਦੇ ਹੋਈਏ ਤੇ ਸਾਡੇ ਵਿੱਚ ਮੋਬਾਈਲ ਵੱਜੀ ਜਾਣ, ਫਿਰ ਉਹ ਸਾਰੀ ਜਿਹੜੀ ਕਥਾ ਹੈ, ਰਸ ਹੈ, ਖਰਾਬ ਹੋ ਜਾਂਦਾ ਹੈ। ਸੋ ਮੈਂ ਵਿਚਾਰ ਦੀ ਆਰੰਭਤਾ ਕਰਾਂ। ਸਾਧ ਸੰਗਤ ਜੀ, ਮਨੋਬਿਰਤੀਆਂ ਨੂੰ ਕਰੋ ਇਕਾਗਰ, ਦੋਨੋਂ ਹੱਥ ਜੋੜ ਇੱਕੋ ਵਾਰੀ ਕਹਿਣ ਤੇ ਆਪ ਜੀ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਬਾਣੀ ਦਾ ਪਾਵਨ ਬਚਨ ਹੈ। ਮਹਾਰਾਜ ਜੀ ਆਖਦੇ ਨੇ, ਅੰਧਿਆਰੇ ਦੀਪਕ ਚਹੀਐ, ਇੱਕ ਬਸਤ ਅਗੋਚਰ ਲਹੀਐ, ਬਸਤ ਅਗੋਚਰ ਪਾਈ, ਘਟ ਦੀਪਕ ਰਹਿਆ ਸਮਾਈ। ਇਸ ਸ਼ਬਦ ਦੀ ਆਰੰਭਤਾ ਦੀ ਗੱਲ ਕਰੀਏ ਤੇ ਮਹਾਰਾਜ ਆਖਦੇ ਨੇ, ਕਿਆ ਪੜ੍ਹੀਐ, ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਤੇ ਮੈਂ ਯਤਨ ਵੀ ਕਰਾਂਗਾ ਜਿਹੜਾ ਆ ਸ਼ਬਦ ਹੈ ਤੁਹਾਡੇ ਮਨ ਵਿੱਚ ਇਹ ਵਸ ਜਾਣਾ ਚਾਹੀਦਾ ਹੈ। ਕੱਲ ਨੂੰ ਕਿਤੇ ਵੀ ਖੜੇ ਹੋਈਏ ਤੇ ਇਹ ਸ਼ਬਦ ਦੀਆਂ ਤੁਕਾਂ ਸਾਡੇ ਮਨ ਦੇ ਵਿੱਚ ਬਿਲਕੁਲ ਘਰ ਕਰ ਜਾਣੀਆਂ ਚਾਹੀਦੀਆਂ ਹੈ। ਕਬੀਰ ਸਾਹਿਬ ਜੀ ਦਾ ਪਾਵਨ ਬਚਨ ਹੈ, ਆਖਦੇ ਨੇ, ਕਿਆ ਪੜ੍ਹੀਐ, ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਹੁਣ ਆ ਗੁਰਬਾਣੀ ਪੜ੍ਹੀ ਗਈ ਹੈ ਤੇ ਗੁਰਮੁਖ ਪਿਆਰੇ ਇੱਕ ਸ਼ਬਦ ਪੜ੍ਹਦੇ ਸੀ ਤੇ ਮਨ ਦੇ ਅੰਦਰ ਵਿਚਾਰ ਪੈਦਾ ਹੋਈ। ਤਕਰੀਬਨ ਜਦੋਂ ਵੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਜਾਂਦਾ ਹੈ, ਸਾਧ ਸੰਗਤ ਜੀਓ, ਜੇ ਆਪਾਂ ਆਪਣੇ ਇਲਾਕੇ ਦੀ ਗੱਲ ਕਰੀਏ ਤਾਂ ਬੜੇ ਗੁਰਮੁਖ ਪਿਆਰੇ ਇਹੋ ਜਿਹੇ ਹੈ ਜਿਹੜੇ ਭੋਗ ਤੋਂ ਬਾਅਦ ਆਰਤੀ ਰੂਪ ਵਿੱਚ ਗੁਰਬਾਣੀ ਦੇ ਸ਼ਬਦ ਪੜ੍ਹਦੇ ਨੇ। ਤੇ ਸ਼ਬਦ ਪੜ੍ਹਿਆ ਜਾਂਦਾ ਹੈ, ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਢੱਕਣ ਕੂ ਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਤੇ ਜਿੱਥੇ ਤੱਕ ਮੇਰਾ ਖਿਆਲ ਹੈ ਕਿ ਜਦੋਂ ਗੁਰਮੁਖ ਪਿਆਰੇ ਸ਼ਬਦ ਪੜ੍ਹਦੇ ਹੈ, ਜਿਹੜਾ ਸਾਡਾ ਧਿਆਨ ਹੈ ਨਾ, ਉਹ ਗੁਰੂ ਸਾਹਿਬ ਜੀ ਦੇ ਰੁਮਾਲਿਆਂ ਵੱਲ ਚਲੇ ਜਾਂਦਾ ਹੈ ਕਿ ਆਪਾਂ ਗੁਰੂ ਸਾਹਿਬ ਜੀ ਨੂੰ ਰੁਮਾਲਾ ਅਰਪਣ ਕੀਤਾ। ਤੇ ਇਸੇ ਸੰਬੰਧ ਵਿੱਚ ਇਹ ਸ਼ਬਦ ਹੈ। ਸਤਿਗੁਰੂ ਗੁਰੂ ਪਾਤਸ਼ਾਹ ਜੀ ਦੇ ਇਸ ਸ਼ਬਦ ਦੇ ਜੇ ਅਰਥ ਨੂੰ ਦੇਖੀਏ ਨਾ, ਮਹਾਰਾਜ ਆਖਦੇ ਨੇ, ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਢੱਕਣ ਕੂ ਪਤ ਮੇਰੀ। ਮੈਂ ਫਿਰ ਬੇਨਤੀ ਕਰਾਂ, ਥੋੜੀ ਜਿਹੀ ਇਕਾਗਰਤਾ ਬਣਾਇਓ। ਤੁਸੀਂ ਸਾਰੇ ਸਿਆਣੇ ਬੈਠੇ ਹੋ। ਅੱਜ ਤੱਕ ਹਿੰਦੁਸਤਾਨ ਭਾਰਤ ਨੂੰ ਛੱਡ ਕੇ ਨਾ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਜਿਹੜੀ ਮਰਜ਼ੀ ਕੰਟਰੀ ਵਿੱਚ ਚਲੇ ਜਾਓ, ਕਿਸੇ ਵੀ ਫੈਕਟਰੀ ਦੇ ਵਿੱਚ ਕੋਈ ਇਹੋ ਜਿਹਾ ਕੱਪੜਾ ਹੈ
ਕਿਸੇ ਵੀ ਫੈਕਟਰੀ ਦੇ ਵਿੱਚੋਂ ਤੁਹਾਨੂੰ ਇਹ ਕੱਪੜਾ ਨਹੀਂ ਮਿਲ ਸਕਦਾ ਕਿ ਉਹ ਕੱਪੜਾ ਪਾ ਕੇ ਜਿਹੜੇ ਸਾਡੇ ਅੰਦਰ ਐਬ ਹੈ ਉਹ ਖਤਮ ਹੋ ਜਾਣ। ਜੇ ਕੋਈ ਹੋਇਆ ਤਾਂ ਹੱਥ ਖੜਾ ਕਰਕੇ ਦੱਸ ਦਿਓ ਕਿ ਹਾਂ ਭਾਈ ਇਹੋ ਜਿਹਾ ਕੱਪੜਾ ਹੈ, ਮੈਂ ਫਲਾਣੀ ਫੈਕਟਰੀ ਵਿੱਚ ਗਿਆ ਸੀ, ਉੱਥੋਂ ਮੈਂ ਕੱਪੜਾ ਲੈ ਕੇ ਆਇਆ, ਜਦੋਂ ਮੈਂ ਉਹ ਕੱਪੜਾ ਪਾਇਆ ਮੇਰੇ ਅੰਦਰ ਐਬ ਸੀ ਸ਼ਰਾਬ ਪੀਣ ਦਾ, ਮੇਰੇ ਅੰਦਰ ਐਬ ਸੀ ਚੋਰੀ ਕਰਨ ਦਾ, ਮੇਰੇ ਅੰਦਰ ਐਬ ਸੀ ਗਲਤ ਦੇਖਣ ਦਾ। ਉਹ ਜਦੋਂ ਮੈਂ ਕੱਪੜਾ ਪਾਇਆ ਉਹ ਸਭ ਕੁਝ ਹਟ ਗਿਆ। ਦੁਨੀਆ ਦੇ ਵਿੱਚ ਕੋਈ ਇਹੋ ਜਿਹਾ ਕੱਪੜਾ ਨਹੀਂ ਹੈ। ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ ਇੱਕ ਕੱਪੜਾ ਹੈ ਪ੍ਰੇਮ ਦਾ, ਇੱਕ ਕੱਪੜਾ ਹੈ ਪ੍ਰੇਮ ਦਾ, ਤੇ ਇਹ ਪ੍ਰੇਮ ਦਾ ਕੱਪੜਾ ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚੋਂ ਗੁਰਬਾਣੀ ਪੜ੍ਹ ਕੇ ਮਿਲਦਾ ਹੈ। ਪਰ ਆਪਾਂ ਦੀ ਜਿਹੜੀ ਸਭ ਤੋਂ ਵੱਡੀ ਅੱਜ ਇੰਨੇ ਕੁ ਆਪਾਂ ਪਿੱਛੇ ਹਟ ਗਏ ਆ, ਬਾਹਰਲੀ ਟ੍ਰੈਂਡਾਂ ਦਾ ਤਾਂ ਸਾਨੂੰ ਸਾਰਿਆਂ ਨੂੰ ਪਤਾ। ਕਿਸੇ ਨੇ ਅੱਜ ਬੂਟ ਖਰੀਦਣੇ ਹੋਣ ਨਾ, ਕਿਸੇ ਨੇ ਅੱਜ ਕੱਪੜਾ ਖਰੀਦਣਾ ਹੋਵੇ, ਛੋਟੇ ਤੋਂ ਛੋਟੇ ਬੱਚਾ ਵੀ ਆਖ ਦਿੰਦਾ ਕਿ ਮੈਨੂੰ ਆਹ ਫਲਾਣੀ ਬ੍ਰਾਂਡਡ ਕੰਪਨੀ ਦੇ ਬੂਟ ਚਾਹੀਦੇ, ਮੈਨੂੰ ਆਹ ਫਲਾਣੀ ਕੰਪਨੀ ਦਾ ਕੱਪੜਾ ਚਾਹੀਦਾ ਹੈ। ਪਰ ਗੁਰੂ ਕੀ ਬਾਣੀ ਨੇ ਸਾਨੂੰ ਸਮਝਾਇਆ ਕਿ ਜੇ ਤੈਂ ਆਪਣੇ ਅੰਦਰ ਨੂੰ ਸਾਫ਼ ਕਰਨਾ ਹੈ ਨਾ, ਜੇ ਤਾਂ ਆਪਣੀ ਜ਼ਿੰਦਗੀ ਵਿੱਚ ਕੁਝ ਲੈ ਕੇ ਆਣਾ, ਠੀਕ ਹੈ ਸਾਡੇ ਸਰੀਰ ਦੀ ਲੋੜ ਹੈ, ਕੱਪੜੇ ਪਾਣੇ ਸਾਡੇ ਸਰੀਰ ਦੀ ਲੋੜ ਹੈ, ਜੁੱਤੀ ਪਾਣੀ ਸਾਡੇ ਸਰੀਰ ਦੀ ਲੋੜ ਹੈ, ਦਸਤਾਰ ਬੰਨਣੀ ਸਾਡੇ ਸਰੀਰ ਦੀ ਲੋੜ ਹੈ, ਛਾਨ ਹੈ। ਪਰ ਮਹਾਰਾਜ ਕਹਿੰਦੇ ਇਹਨਾਂ ਦੇ ਨਾਲ ਜਿਹੜੇ ਤੇਰੇ ਅੰਦਰ ਐਬ ਹੈ ਉਹ ਖਤਮ ਨਹੀਂ ਹੋ ਸਕਦੇ। ਐਬ ਸਾਡੇ ਉਦੋਂ ਖਤਮ ਹੋਣੇ ਆ ਜਦੋਂ ਆਪਾਂ ਗੁਰੂ ਕੀ ਬਾਣੀ ਨੂੰ ਪੜਾਂਗੇ। ਤੇ ਹੁਣ ਜਿਹੜਾ ਸ਼ਬਦ ਆਪਾਂ ਪੜ੍ਹ ਰਹੇ ਸੀ, ਕਿਆ ਪੜ੍ਹੀਐ ਕਿਆ ਗੁਣੀਐ ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਵਾਰੰਗਵਾਰਾ। ਹੁਣ ਆ ਤੁਸੀਂ ਅਖੰਡ ਪਾਠ ਸਾਹਿਬ 3 ਦਿਨ ਚੱਲਿਆ, ਕੋਈ ਬੰਦਾ ਹੱਥ ਖੜਾ ਕਰਕੇ ਦੱਸ ਸਕਦਾ ਕਿ ਭਾਈ ਮੈਂ ਸ਼ਬਦ ਸੁਣਿਆ ਆ? ਕੋਈ ਹੈ ਸੰਗਤ ਵਿੱਚ ਇਹੋ ਜਿਹਾ ਬੰਦਾ? ਜਾਂ ਇਸ ਤੋਂ ਪਹਿਲਾਂ ਘਰਾਂ ਦੇ ਵਿੱਚ ਸਹਿਜ ਪਾਠ ਹੁੰਦੇ ਆ, ਅਖੰਡ ਪਾਠ ਹੁੰਦੇ ਆ, ਕਿਆ ਕਦੇ ਆਪਾਂ ਇਹ ਸ਼ਬਦ ਸੁਣੇ ਆ? ਤੇ ਹੁਣ ਕਮੀ ਕਿਚ ਗੁਰੂ ਸਾਹਿਬ ਵਿੱਚ ਕਮੀ ਹੈ ਜਾਂ ਗ੍ਰੰਥੀਆਂ ਵਿੱਚ ਕਮੀ ਹੈ? ਸਾਧ ਸੰਗਤ ਜੀ, ਇਹ ਕਮੀ ਇਸ ਟਾਈਮ ਸਾਨੂੰ ਆਪਣੇ ਵਿੱਚ ਦਿਖਦੀ ਪਈ ਹੈ। ਉਹਦਾ ਕਾਰਨ ਹੈ ਕਿਉਂਕਿ ਆਪਾਂ ਗੁਰਬਾਣੀ ਦਾ ਪਾਠ ਕਰਾਇਆ ਪਰ ਬੈਠ ਕੇ ਸੁਣਿਆ ਨਹੀਂ ਹੈ। ਜੇ ਸੁਣਿਆ ਹੁੰਦਾ ਤੇ ਫਿਰ ਸਾਧ ਸੰਗਤ ਜੀ ਸਾਡੇ ਜੀਵਨ ਦੇ ਵਿੱਚ ਕੁਝ ਨਾ ਕੁਝ ਅਸਰ ਵੀ ਹੋਣਾ ਸੀ। ਇਸ ਸ਼ਬਦ ਨੂੰ ਅਰਥ ਕਰਦੇ ਆ ਨਾਲ ਮੈਂ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਲਵਾਂਗਾ, ਕਿਉਂਕਿ ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਇਹ ਸਮਰਪਿਤ ਜਿਹੜਾ ਦੀਵਾਨ ਹੈ। ਹੁਣ ਪ੍ਰਕਾਸ਼ ਦਾ ਮਤਲਬ ਕੀ ਹੈ? ਪ੍ਰਕਾਸ਼ ਕਿਹਨੂੰ ਆਖਦੇ ਨੇ? ਪ੍ਰਕਾਸ਼ ਦਾ ਮਤਲਬ ਹੈ ਚਾਨਣ, ਪ੍ਰਕਾਸ਼ ਦਾ ਮਤਲਬ ਹੈ ਸਾਧ ਸੰਗਤ ਜੀ ਲਾਈਟ। ਤੇ ਜੇ ਹੁਣ ਆਪਾਂ ਬਾਹਰਲੀ ਸਿਆਣਪ ਨਾਲ ਬੁੱਧੀ ਨਾਲ ਇਹ ਗੱਲ ਕਰੀਏ ਕਿ ਪ੍ਰਕਾਸ਼ ਵੀ ਬਹੁਤ ਹੈ, ਲਾਈਟ ਵੀ ਬਹੁਤ ਹੈ, ਹੁਣ ਇੱਥੇ ਆ ਲਾਈਟ ਚੱਲਦੀ ਪਈ ਹੈ, ਪਰ ਸਾਧ ਸੰਗਤ ਜੀਓ ਜਿਹੜੀ ਆ ਲਾਈਟ ਹੈ ਨਾ, ਗੁਰੂ ਕੀ ਬਾਣੀ ਨੇ ਬਚਨ ਕਰ ਦਿੱਤਾ, ਇਹੋ ਜਿਹੀ ਲਾਈਟ ਤੁਸੀਂ ਜਿੰਨੀ ਮਰਜ਼ੀ ਪੈਦਾ ਕਰ ਲਿਓ, ਜਿੰਨੀ ਮਰਜ਼ੀ। ਮੈਂ ਵਿਚਾਰ ਨੂੰ ਰੋਕ ਕੇ ਇੱਕ ਬੇਨਤੀ ਕਰਨ ਲੱਗਿਆ, ਜਿਹੜੀ ਸੰਗਤ ਬਾਹਰ ਬੈਠੀ ਹੈ ਨਾ, ਹੱਥ ਜੋੜ ਬੇਨਤੀ ਹੈ ਵੀ ਤੁਸੀਂ ਅੰਦਰ ਆ ਜਿਓ, ਅੰਦਰ ਜਗ੍ਹਾ ਬਹੁਤ ਹੈ। ਤੇ ਜੇ ਬਾਹਰ ਬੈਠਣਾ ਤਾਂ 1 ਘੰਟੇ ਵਾਸਤੇ ਨਾ ਰੌਲਾ ਨਾ ਪਾਇਓ, ਜਿਹੜੇ ਅੰਦਰ ਬੈਠੇ ਉਹ ਵੀ ਡਿਸਟਰਬ ਹੋ ਰਹੇ ਆ।
ਗੁਰੂ ਕੀ ਬਾਣੀ ਨੇ ਬਚਨ ਕੀਤਾ ਕਿ ਤੁਸੀਂ ਹਰ ਰੋਜ਼ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਦੇ ਹੋਣਗੇ। ਦਰਬਾਰ ਸਾਹਿਬ ਤੋਂ ਚੱਲਦਾ, ਕਿੰਨੇ ਗੁਰੂ ਘਰ ਹੈ ਅੱਜ, ਕਿੰਨੇ ਮੋਬਾਈਲ ਫੋਨ ਹੈ ਕੱਲੇ ਕੱਲੇ ਦੇ ਹੱਥ ਵਿੱਚ। ਕਦੇ ਆਸਾ ਕੀ ਵਾਰ ਦਾ ਕੀਰਤਨ ਕੌਣ ਕੌਣ ਸੁਣਦਾ ਹੈ? ਨਹੀਂ, ਕਦੇ ਧਿਆਨ ਨਹੀਂ ਦਿੱਤਾ। ਸਤਿਗੁਰੂ ਗੁਰੂ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ। ਮਹਾਰਾਜ ਆਖਦੇ ਨੇ, ਜੇ 100 ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ। ਸ਼ਬਦ ਯਾਦ ਆ ਗਿਆ ਜੀ। ਮਹਾਰਾਜ ਆਖਦੇ ਨੇ, ਜੇ 100 ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ। ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸੂਰਜ ਚੜ੍ਹਨਾ ਇਹ ਪ੍ਰਕਾਸ਼ ਨਹੀਂ ਪੈਦਾ ਕਰਦਾ। ਜਦੋਂ ਸੂਰਜ ਚੜ੍ਹਦਾ ਹੈ, ਜਿਹੜਾ ਪਾਤਸ਼ਾਹ ਨੇ ਇੱਥੇ ਇੱਕ ਨਹੀਂ ਗੱਲ ਕੀਤੀ। ਮਹਾਰਾਜ ਆਖਦੇ ਜੇ 100 ਗਿਣਤੀ ਵਾਲਾ ਹੈ ਇੱਥੇ। ਮਹਾਰਾਜ ਕਹਿੰਦੇ ਜੇ 100 ਚੰਦਾ ਉਗਵੇ, ਇੱਕ ਨਹੀਂ, ਮਹਾਰਾਜ ਕਹਿੰਦੇ 100 ਚੰਦਰਮਾ ਪੈਦਾ ਹੋ ਜਾਵੇ। ਪਰ ਇੱਕ ਬੇਨਤੀ ਕਰਾਂ, ਜੇ ਤੁਸੀਂ ਕਹੋ ਨਾ ਸਾਡੇ ਪਲੈਨਟ ਵਿੱਚ ਇਹ 100 ਚੰਦਰਮਾ ਚੜ੍ਹ ਜਾਵੇ, ਨਹੀਂ ਚੜ੍ਹਨਾ ਜੀ। ਤੁਸੀਂ ਜਪਜੀ ਸਾਹਿਬ ਦਾ ਪਾਠ ਪੜ੍ਹਿਓ ਤੇ ਸਤਿਗੁਰੂ ਗੁਰੂ ਪਾਤਸ਼ਾਹ ਨੇ ਸਾਡੇ ਤਰਕ ਨੂੰ ਖਤਮ ਕੀਤਾ ਆ। ਮਹਾਰਾਜ ਕਹਿੰਦੇ ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸ਼। ਆਪਾਂ ਇਹ ਨਹੀਂ ਕਹਿ ਸਕਦੇ ਕਿ ਚੰਦਰਮਾ ਇੱਕ ਹੈ। ਸਾਡੀ ਐਸ ਪਲੈਨਟ ਦਾ, ਸਾਡੀ ਇਸ ਧਰਤੀ ਦਾ ਜਿਹੜਾ ਚੰਦਰਮਾ ਉਹ ਇੱਕ ਹੈ। ਚੰਦਰਮਾ ਉਹ ਇੱਕ ਹੈ, ਸਾਨੂੰ ਇੱਕ ਦਿਖਾਈ ਦਿੰਦਾ ਹੈ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਖਦੇ ਚੰਦਰਮਾ ਇੱਕ ਨਹੀਂ ਹੈ। ਜਿਵੇਂ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਇਸੇ ਤਰ੍ਹਾਂ ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸ਼। ਮਹਾਰਾਜ ਕਹਿੰਦੇ ਜੇ ਇਹ ਸਾਰੇ ਚੰਦਰਮੇ ਇਕੱਠੇ ਹੋ ਕੇ ਚੜ੍ਹ ਜਾਣ, ਇੰਨਾ ਚਾਨਣ ਹੋ ਜਾਵੇ, ਇੰਨਾ ਚਾਨਣ ਹੋ ਜਾਵੇ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਤਾਂ ਵੀ ਪਰਮਾਤਮਾ ਤੋਂ ਬਿਨਾਂ, ਗੁਰੂ ਤੋਂ ਬਿਨਾਂ, ਗਿਆਨ ਤੋਂ ਬਿਨਾਂ ਸਾਡੀ ਜ਼ਿੰਦਗੀ ਦੇ ਵਿੱਚ ਹਨੇਰਾ ਹੈ। ਤੇ ਹੁਣ ਸਾਨੂੰ ਇੱਥੋਂ ਇਹ ਸਮਝਣਾ ਚਾਹੀਦਾ ਕਿ ਜੇ ਆਪਾਂ ਆਪਣੀ ਜ਼ਿੰਦਗੀ ਦਾ ਹਨੇਰਾ ਖਤਮ ਕਰਨਾ ਹੈ ਨਾ, ਤਾਂ ਸਾਨੂੰ ਗੁਰਬਾਣੀ ਦੇ ਚਾਨਣ ਦੀ ਲੋੜ ਹੈ। ਸਾਨੂੰ ਗੁਰਬਾਣੀ ਦੇ ਚਾਨਣ ਦੀ ਲੋੜ ਹੈ। ਸਾਨੂੰ ਸ਼ਬਦ ਦੀ ਰੋਸ਼ਨੀ ਦੀ ਲੋੜ ਹੈ, ਨਾ ਕਿ ਬਾਹਰੀ ਚਾਨਣ ਦੀ ਲੋੜ ਹੈ। ਜੇ ਜ਼ਿੰਦਗੀ ਦਾ ਹਨੇਰਾ ਖਤਮ ਕਰਨਾ, ਤੇ ਜ਼ਿੰਦਗੀ ਦਾ ਹਨੇਰਾ ਖਤਮ ਕਿਵੇਂ ਹੋਵੇਗਾ? ਜਦੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੋਇਆ, ਲਾਲ ਚੰਦ ਦੀ ਸੁਪੁੱਤਰੀ ਹੋਈ ਹੈ, ਜਿਹਨੂੰ ਅੱਜ ਆਪਾਂ ਸਤਿਕਾਰ ਦੇ ਨਾਲ ਮਾਤਾ ਗੁਜਰ ਕੌਰ ਜੀ ਆਖਦੇ ਆ। ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੋਇਆ, ਉਸ ਵਕਤ ਉਹਨਾਂ ਦੀ ਉਮਰ ਜਿਹੜੀ ਉਹ 13 ਸਾਲ ਦੀ ਹੈ। ਤੇ 1633 ਦੇ ਵਿੱਚ ਇਹਨਾਂ ਦਾ ਵਿਆਹ ਹੁੰਦਾ ਹੈ। ਤੇ ਮੈਨੂੰ ਖਿਮਾ ਕਰਿਓ ਸਾਧ ਸੰਗਤ ਜੀ, 1626 ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ, ਤੇ 1633 ਦੇ ਵਿੱਚ ਉਹਨਾਂ ਦੀ ਸ਼ਾਦੀ। ਤੇ ਮੇਰੇ ਖਿਆਲ ਦੇ ਨਾਲ ਇਹ ਸਾਧ ਸੰਗਤ ਜੀ ਕੋਈ 9 ਸਾਲ ਦੀ ਉਮਰ ਬਣਦੀ ਹੈ। ਇਹਦਾ ਵੀ ਕਾਰਨ ਸੀ, ਛੋਟੀ ਉਮਰੇ ਵਿਆਹ ਕਿਉਂ ਕਰ ਦਿੰਦੇ ਸਨ। ਤੇ ਸ਼ੁਕਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ, ਅੱਜ ਸਾਡੇ ਵਿੱਚੋਂ ਚੀਜ਼ ਨਿਕਲ ਗਈ ਹੈ। ਇਹ ਪਤਾ ਕਿਉਂ ਹੁੰਦੇ ਸੀ? ਮੈਂ ਥੋੜਾ ਜਿਹਾ ਇਸ ਗੱਲ ਨੂੰ ਸਪਸ਼ਟ ਕਰ ਦਿਆਂ। ਸਾਡੇ ਮਨ ਦੇ ਅੰਦਰ ਭੁਲੇਖਾ ਰਹੇ ਕੋਈ, ਜਿਹੜੇ ਬ੍ਰਾਹਮਣ ਲੋਕ ਸਨ ਨਾ, ਉਹਨਾਂ ਨੇ ਸਾਡੇ ਵਿੱਚ ਇੱਕ ਭਰਮ ਪੈਦਾ ਕਰ ਦਿੱਤਾ ਸੀ। ਉਹ ਭਰਮ ਕਿਹੜਾ ਸੀ? ਭਰਮ ਇਹ ਸੀ ਕਿ ਜਿਸ ਘਰ ਦੇ ਵਿੱਚ ਬੱਚੀ ਪੈਦਾ ਹੋ ਗਈ ਨਾ, ਉਹ ਜਿੰਨੀ ਛੇਤੀ ਆਪਣੀ ਬੱਚੀ ਦਾ ਵਿਆਹ ਕਰੇਗਾ, ਜਿੰਨੀ ਛੇਤੀ ਉਹ ਆਪਣੀ ਧੀ ਦਾ, ਆਪਣੀ ਬੱਚੀ ਦਾ ਵਿਆਹ ਕਰੇਗਾ, ਉਨਾ ਉਹਨੂੰ ਜਿਹੜਾ ਦਰਗਾਹ ਦੇ ਵਿੱਚ, ਸੱਚਖੰਡ ਵਿੱਚ, ਸਵਰਗ ਵਿੱਚ ਫਲ ਜ਼ਿਆਦਾ ਮਿਲੇਗਾ। ਹੁਣ ਤੁਸੀਂ ਸਾਰੇ ਸਿਆਣੇ ਬੈਠੇ ਹੋ, ਤੇ ਸਾਧ ਸੰਗਤ ਜੀ, ਕੋਈ ਹੈ ਇਹੋ ਜਿਹਾ ਮਾਪਾ, ਕੋਈ ਹੈ ਇਹੋ ਜਿਹਾ ਮਾਪਾ ਜਿਹੜਾ ਅੱਜ ਆਪਣੀ ਬੱਚੀ ਦਾ
ਛੋਟੀ ਉਮਰ ਵਿੱਚ ਵਿਆਹ ਕਰ ਦੇਵੇ। ਇਸ ਗੱਲ ਨੂੰ ਤਾਂ ਅੱਜ ਡਾਕਟਰ ਵੀ ਇਹ ਗੱਲ ਆਖਦੇ ਆ, ਸਿਆਣੇ ਵੀ ਇਹ ਗੱਲ ਆਖਦੇ, ਕਹਿੰਦੇ ਵਿਆਹ ਉਸ ਵਕਤ ਕਰੇ ਜਦੋਂ ਸਰੀਰ ਕਰਕੇ ਵੀ ਵਿਆਹ ਦੇ ਲਾਇਕ ਹੋਵੇ। ਦੂਸਰੀ ਗੱਲ, ਘਰ ਦੀ ਤਾਲੀਮ ਸੋਝੀ ਕਰਕੇ ਵੀ ਬੱਚੀ ਜਾਂ ਬੱਚਾ ਉਹ ਸ਼ਾਦੀ ਦੇ ਲਾਇਕ ਹੋਵੇ, ਉਸ ਵਕਤ ਵਿਆਹ ਕਰਨਾ ਚਾਹੀਦਾ ਹੈ। ਇਹ ਪੁਰਾਤਨ ਰੀਤ ਚੱਲਦੀ ਸੀ। ਉਹਨਾਂ ਸਮਿਆਂ ਦੇ ਵਿੱਚ ਛੋਟੀ ਉਮਰੇ ਵਿਆਹ ਕਰਦੇ ਨੇ, ਤੇ ਕਈ ਵਾਰੀ ਇਹੋ ਜਿਹਾ ਵੀ ਹੁੰਦਾ ਸੀ, ਰਿਸ਼ਤਾ ਕਰ ਦੇਣਾ, ਵਿਆਹ ਕਰ ਦੇਣਾ, ਬੱਚੀ ਆਪਣੇ ਘਰੇ ਤੇ ਬੱਚਾ ਆਪਣੇ ਘਰੇ। ਲੰਮਾ ਲੰਮਾ ਸਮਾਂ ਸਾਧ ਸੰਗਤ ਜੀ ਉਹ ਇਕੱਠੇ ਨਹੀਂ ਰਹਿੰਦੇ ਸੀ। ਖੈਰ, ਸਤਿਗੁਰੂ ਜੀ ਦੀ ਸ਼ਾਦੀ ਹੋਈ 1633 ਦੇ ਵਿੱਚ ਉਹਨਾਂ ਦਾ ਵਿਆਹ ਹੁੰਦਾ ਹੈ। ਤੇ ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼, ਤੁਹਾਨੂੰ ਸੰਗਤ ਨੂੰ ਪਤਾ ਕਿਹੜੇ ਸੰਨ ਵਿੱਚ ਹੋਇਆ ਸੀ? ਕੋਈ ਹੈ ਹੱਥ ਖੜਾ ਕਰਕੇ ਦੱਸ ਸਕਦਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਇਸ ਸੰਨ ਦੇ ਵਿੱਚ ਹੋਇਆ ਸੀ? ਸਾਰੀ ਸੰਗਤ ਬੈਠੀ ਹੈ ਤੇ ਮੇਰਾ ਖਿਆਲ ਹੈ ਕਿ ਸਾਨੂੰ ਪ੍ਰਕਾਸ਼ ਪੁਰਬ ਮਨਾਉਂਦਿਆਂ ਨੂੰ ਸਮਾਂ ਕਿੰਨਾ ਹੋ ਗਿਆ? ਕਿੰਨੇ ਸਾਲ ਹੋ ਗਏ ਪ੍ਰਕਾਸ਼ ਪੁਰਬ ਮਨਾਉਂਦਿਆਂ ਨੂੰ? ਹੁਣ ਝਾਤੀ ਮਾਰ ਕੇ ਦੇਖੋ ਆਪਣੇ ਅੰਦਰ। ਪੈਸੇ ਇਕੱਠੇ ਕੀਤੇ, ਪੈਸੇ ਇਕੱਠੇ ਕਰਕੇ ਅਖੰਡ ਪਾਠ ਕਰਾ ਦਿੱਤਾ, ਲੰਗਰ ਚਲਾ ਦਿੱਤਾ। ਮੁਬਾਰਕ ਹੈ, ਸਤਿਗੁਰੂ ਕਿਰਪਾ ਕਰਨ, ਤੁਹਾਡੀਆਂ ਕਮਾਈਆਂ ਦੇ ਵਿੱਚ ਬਰਕਤ ਪਵੇ, ਦਸਬੰਧ ਕੱਢੇ ਜਾਣ, ਗੁਰੂ ਕੇ ਲੰਗਰ ਚੱਲਦੇ ਰਹਿਣ, ਅਖੰਡ ਪਾਠ ਹੁੰਦੇ ਰਹਿਣ। ਪਰ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ ਪਿਛਲੀ ਵਾਰੀ ਸਬਜ਼ੀ ਕਿਹੜੀ ਬਣੀ ਸੀ। ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਪਿਛਲੀ ਵਾਰੀ ਸਬਜ਼ੀ ਕਿਹੜੀ ਬਣੀ ਸੀ। ਪਰ ਕਿਸੇ ਨੂੰ ਇਹ ਪਤਾ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕਿਹੜੇ ਸੰਨ ਦੇ ਵਿੱਚ ਹੋਇਆ ਸੀ? ਨਹੀਂ ਪਤਾ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ 1666, ਆ ਹੁਣ ਭੁੱਲ ਨਾ ਜਾਇਓ, 1666 22 ਦਸੰਬਰ। ਤੇ ਅਨੋਖੀ ਗੱਲ ਦੱਸਾਂ ਕੀ ਹੈ, 22 ਦਸੰਬਰ ਨੂੰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਾ ਦਿਨ ਹੈ। ਜੇ ਤੁਸੀਂ ਪੁਰਾਤਨ ਜਿਹੜੀ ਸਾਡੀ ਰਵਾਇਤ ਚੱਲਦੀ ਹੈ ਨਾ ਸਿੱਖ ਧਰਮ ਦੀ, ਜੇ ਤੁਸੀਂ ਉਹਨੂੰ ਕਿਤੇ ਦੇਖੋ, ਭਟਵਈਆਂ ਨੂੰ ਪੜ੍ਹੋ ਕਿਤੇ, ਉਹਨਾਂ ਵਿੱਚ ਇਹ ਡੇਟਾ ਮਿਲਦੀਆਂ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ 1666 ਦੇ ਵਿੱਚ 22 ਦਸੰਬਰ ਨੂੰ ਹੋਇਆ। ਤੇ ਮੈਂ ਹੁਣ ਬੇਨਤੀ ਕਰਾਂਗਾ ਅਗਲੀ ਵਾਰ ਨੂੰ ਭੁੱਲ ਨਾ ਜਾਇਓ। ਤੇ ਜਦੋਂ ਇਹ ਪ੍ਰਕਾਸ਼ ਹੋਇਆ, ਹੁਣ ਤੁਸੀਂ ਆਪ ਦੇਖੋ ਵੀ 1633 ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਛਾਦੀ ਹੁੰਦੀ ਹੈ ਤੇ 1666 ਦੇ ਵਿੱਚ ਪ੍ਰਕਾਸ਼ ਹੁੰਦਾ ਹੈ, ਜਨਮ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ। ਤੇ ਕਿੰਨਾ ਸਮਾਂ ਵਿੱਚ ਬਣਿਆ? 33 ਸਾਲ ਦਾ ਸਮਾਂ ਹੈ ਵਿੱਚ। 33 ਸਾਲ ਬਾਅਦ ਘਰ ਦੇ ਵਿੱਚ ਸੰਤਾਨ ਹੋਈ ਹੈ, ਘਰ ਦੇ ਵਿੱਚ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਤੇ ਗੁਰਮੁਖ ਪਿਆਰਿਓ, ਜੇ ਇੰਨਾ ਲੰਮਾ ਸਮਾਂ ਸਾਡੇ ਘਰ ਦੇ ਵਿੱਚ ਹੋ ਜਾਵੇ ਤੇ ਉਹ ਘਰ ਸੁਖੀ ਵਸ ਸਕਦਾ ਹੈ? ਤੁਸੀਂ, ਮੈਂ ਫਿਰ ਬੇਨਤੀ ਕਰਾਂ, ਸਾਰੀਆਂ ਮਾਵਾਂ ਭੈਣਾਂ ਮਾਤਾਵਾਂ ਬਜ਼ੁਰਗ ਵੀਰ ਸਾਰੇ ਮੇਰੇ ਨਾਲ ਬੜੇ ਆ, ਸਿਆਣੇ ਆ। ਪ੍ਰਕਾਸ਼ ਪੁਰਬ ਮਨਾਉਂਦੇ ਨੂੰ ਲੰਮਾ ਸਮਾਂ ਹੋ ਗਿਆ, ਪਰ ਕਦੇ ਸਿੱਖਿਆ ਹੈ ਆਪਾਂ ਪ੍ਰਕਾਸ਼ ਪੁਰਬ ਦੇ ਵਿੱਚੋਂ? ਕਦੇ ਜ਼ਿੰਦਗੀ ਵਿੱਚ ਸਾਡੇ ਚਾਨਣ ਆਇਆ? ਕਦੇ ਜ਼ਿੰਦਗੀ ਵਿੱਚ ਸਾਡੇ ਕਦੇ ਹਨੇਰਾ ਦੂਰ ਹੋਇਆ? ਸਾਧ ਸੰਗਤ ਜੀ, ਜਦੋਂ ਬੱਚੇ ਤੇ ਬੱਚੀ ਦੀ ਸ਼ਾਦੀ ਹੁੰਦੀ, ਵਿਆਹ ਹੁੰਦਾ ਨਾ, ਰੱਬ ਨਾ ਕਰੇ ਕਿਤੇ 2-4 ਸਾਲ ਸਾਡੇ ਘਰ ਦੇ ਵਿੱਚ ਸੰਤਾਨ ਨਾ ਹੋਵੇ, ਸੱਸਾਂ ਆਪਣੀ ਨੂੰਹਾਂ ਦਾ ਜੀਣਾ ਔਖੀਆਂ ਕਰ ਦਿੰਦੀਆਂ ਨੇ। ਇਹੋ ਜਿਹੇ ਮਿਹਣੇ ਵੱਜਦੇ ਨੇ, ਇਹੋ ਜਿਹੇ ਸੰਸਾਰ ਦੇ ਵਿੱਚ ਗੱਲਾਂ ਉੱਠਦੀਆਂ ਨੇ। ਜੋ ਰਿਸ਼ਤੇਦਾਰ, ਜੋ ਸੱਸ, ਸਾਧ ਸੰਗਤ ਜੀ, ਆਪਣੇ ਨੂੰਹ ਦਾ ਜੀਣਾ ਔਖਾ ਕਰਦੇ ਨੇ। ਕੋਈ ਚੰਦ ਘਰ ਹੋਵੇਗਾ ਜਿਹੜਾ ਇਹ ਆਖੇਗਾ ਕੋਈ ਗੱਲ ਨਹੀਂ ਨੂੰਹੇ, ਤੂੰ ਮੇਰੀ ਆਪਣੀ ਧੀ ਹੈ, ਤਾਂ ਕੀ ਹੋਇਆ ਜੇ ਸੰਤਾਨ ਨਾ ਹੋਈ, ਕੋਈ ਗੱਲ ਨਹੀਂ, ਆਪਾਂ ਏਦਾਂ ਸਬਰ ਕਰ ਲਵਾਂਗੇ। ਇਹ ਗੱਲ ਸੱਚ ਹੈ, ਇਹ ਮੰਨਣੀ ਪੈਣੀ ਹੈ। ਤੇ ਪ੍ਰਕਾਸ਼ ਪੁਰਬ ਮਨਾਉਂਦੇ ਨੂੰ ਕਿੰਨਾ ਸਮਾਂ ਹੋ ਗਿਆ? ਕੁਛ ਸਿੱਖਿਆ ਜ਼ਿੰਦਗੀ ਵਿੱਚ? ਕੁਛ ਸਾਡੀ ਜ਼ਿੰਦਗੀ ਵਿੱਚ ਚਾਨਣ ਆਇਆ? ਇੱਕ ਬੇਨਤੀ ਹੋਰ ਕਰਾਂ,
ਸਾਧ ਸੰਗਤ ਜੀਓ, ਜਦੋਂ ਮਾਤਾ ਗੁਜਰ ਕੌਰ ਉਹਨਾਂ ਦੇ ਘਰੇ ਗੋਬਿੰਦ ਰਾਏ ਜੀ ਦਾ ਪ੍ਰਕਾਸ਼ ਹੋਇਆ ਨਾ, ਤੁਸੀਂ ਕਿਤੇ ਵੀ ਇਤਿਹਾਸ ਦੇ ਪੰਨੇ ਫਰੋਲ ਕੇ ਮੈਨੂੰ ਦੱਸ ਦਿਓ ਕਿ ਆਹ ਭਾਈ ਇੰਨਾ ਲੰਮਾ ਸਮਾਂ ਪ੍ਰਕਾਸ਼ ਨਹੀਂ ਹੋਇਆ ਤੇ ਮਾਤਾ ਗੁਜਰ ਕੌਰ ਉਹਨੇ ਗੁਰਬਾਣੀ ਨੂੰ ਛੱਡ ਕੇ, ਉਹਨੇ ਆਪਣੀ ਸੱਸ ਮਾਤਾ ਨਾਨਕੀ ਨੂੰ ਛੱਡ ਕੇ, ਗੁਰੂ ਘਰ ਨੂੰ ਛੱਡ ਕੇ ਉਹਨੇ ਧਾਗੇ ਤਵੀਤ ਕੀਤੇ ਹੋਣ। ਉਹ ਕਿਤੇ ਧਾਗੇ ਲੈ ਕੇ ਪਿੱਪਲਾਂ ਨੂੰ ਬੰਨ੍ਹਦੀ ਹੋਵੇ, ਉਹ ਕਿਤੇ ਡੱਬੇ ਦੇ ਵਿੱਚ ਦੁੱਧ ਪਾ ਕੇ ਕਿਸੇ ਮੱਟੀ ਨੂੰ ਮੱਥੇ ਟੇਕਦੀ ਹੋਵੇ। ਇਤਿਹਾਸ ਦਾ ਇੱਕ ਵੀ ਵਰਕਾ ਫਰੋਲ ਕੇ ਦੱਸ ਦਿਓ ਮੈਨੂੰ। ਕਿਤੇ ਵੀ ਸਾਧ ਸੰਗਤ ਜੀ ਇਹ ਨਹੀਂ ਮਿਲਦਾ ਕਿ ਮਾਤਾ ਨਾਨਕੀ ਨੇ ਆਪਣੀ ਨੌ ਗੁਜਰ ਕੌਰ ਨੂੰ ਇਹ ਮਿਹਣਾ ਮਾਰਿਆ ਹੋਵੇ, ਤੂੰ ਕਿੱਥੇ ਮੇਰੇ ਘਰ ਦੇ ਵਿੱਚ ਆ ਗਈ, ਤੇਰੇ ਤਾਂ ਕੁੱਖ ਨੂੰ ਭਾਗ ਨਹੀਂ ਲੱਗਦੇ, ਤੂੰ ਤਾਂ ਇੱਕ ਬੱਚਾ ਨਹੀਂ ਪੈਦਾ ਕਰ ਸਕਦੀ ਹੈ। ਮਾਤਾ ਗੁਜਰੀ ਜੀ ਉਹਨਾਂ ਦੇ ਜੀਵਨ ਦੇ ਵਿੱਚੋਂ ਕਦੇ ਵੀ ਇਹ ਨਹੀਂ ਮਿਲਦਾ। ਮੈਂ ਫਿਰ ਬੇਨਤੀ ਕਰਾਂ, ਦੇਖੋ ਆ ਫੋਨ ਵੱਜਿਆ ਨਾ, ਸਾਰਿਆਂ ਦਾ ਧਿਆਨ ਹਿੱਲ ਗਿਆ। ਥੋੜਾ ਜਿਹਾ ਸਮਾਂ 40 ਮਿੰਟ ਸਾਧ ਸੰਗਤ ਜੀ ਮੈਨੂੰ ਖਿਮਾ ਕਰੋ, ਆਪਣੇ ਕੋਲ ਸਿਰਫ ਇਸ ਟਾਈਮ 40 ਮਿੰਟ ਬਾਕੀ। ਜੇ ਜ਼ਿੰਦਗੀ ਵਿੱਚ ਸਿੱਖਣਾ ਹੈ, ਜੇ ਵਾਕਈ ਪ੍ਰਕਾਸ਼ ਪੁਰਬ ਬਣਾਉਂਦੇ ਫਿਰ ਸਿੱਖਿਓ। ਮਾਤਾ ਗੁਜਰੀ ਜੀ ਸਾਧ ਸੰਗਤ ਜੀ ਉਹਨਾਂ ਨੇ ਇੱਕ ਵਾਰੀ ਵੀ ਗੁਰਬਾਣੀ ਦਾ ਪੱਲਾ ਨਹੀਂ ਛੱਡਿਆ। ਤੇ ਹੁਣ ਝਾਤੀ ਮਾਰ ਕੇ ਦੇਖਿਓ, ਸਾਡੇ ਘਰ ਦੇ ਵਿੱਚ ਬੱਚਾ ਨਾ ਹੋਵੇ, ਸੰਤਾਨ ਨਾ ਹੋਵੇ, ਆਪਾਂ ਕਿੰਨਾ ਕੁ ਗੁਰਬਾਣੀ ਨੂੰ ਪੜ੍ਹਦੇ ਆ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਮਹਾਰਾਜ ਆਖਰ ਨੇ ਤਾਤ ਮਾਤ ਮੁਰ ਅਲਖ ਅਰਾਧਾ, ਬਹੁ-ਬਿਧ ਜੋਗ ਸਾਧਨਾ ਸਾਧਾ, ਤਿਨ ਜੋ ਕਰੀ ਅਲਖ ਕੀ ਸੇਵਾ, ਤਾ ਤੇ ਭਏ ਪ੍ਰਸੰਨ ਗੁਰਦੇਵਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਦੱਸਦੇ ਨੇ ਕਿ ਮੇਰੇ ਮਾਤਾ ਤੇ ਮੇਰੇ ਪਿਤਾ ਜੀ ਨੇ ਬਹੁਤ ਲੰਮਾ ਸਮਾਂ ਸਬਰ ਕੀਤਾ ਤੇ ਸਬਰ ਦੇ ਨਾਲ ਨਾਲ ਉਸ ਪਰਮਾਤਮਾ ਨੂੰ ਜਪਿਆ, ਬਾਣੀ ਨੂੰ ਪੜ੍ਹਿਆ। ਤੇ ਜਿਹੜੇ ਆਪਾਂ ਇਤਿਹਾਸ ਪੜ੍ਹਦੇ ਨਾ ਬਾਬੇ ਬਕਾਲੇ ਦਾ, ਬਕਾਲਾ ਨਾਮ ਸੀ ਪਹਿਲੇ ਦਾ, ਉੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਅਸਥਾਨ ਹੈ ਅੱਜ। ਤੇ ਉਸ ਜਗ੍ਹਾ ਦੇ ਉੱਪਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਲੰਮਾ ਸਮਾਂ ਬੈਠ ਕੇ ਸ਼ਬਦ ਦਾ ਅਭਿਆਸ ਕੀਤਾ। ਲੰਮਾ ਸਮਾਂ ਬੈਠ ਕੇ ਸਾਧ ਸੰਗਤ ਜੀ ਇੱਕ ਕਮਰੇ ਦੇ ਵਿੱਚ ਬੈਠ ਕੇ ਉਹ ਇਕਾਂਤ ਵਿੱਚ ਪਰਮਾਤਮਾ ਨੂੰ ਜਪਦੇ ਨੇ, ਬੰਦਗੀ ਕਰਦੇ ਨੇ। ਤੇ ਮਾਤਾ ਗੁਜਰ ਕੌਰ ਸਾਧ ਸੰਗਤ ਜੀ ਆਪਣੀ ਪਤੀ ਦੀ ਸੇਵਾ ਦੇ ਵਿੱਚ ਉਹ ਵਾਰ ਪਹਿਰਾ ਦੇ ਰਹੇ ਨੇ, ਉਹ ਸੇਵਾ ਕਰ ਰਹੇ ਨੇ। ਇਹ ਸਬਰ ਹੈ। ਕਦੇ ਸਿੱਖਿਆ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ? ਜਿਹੜੀ ਚੀਜ਼ਾਂ ਦੀ ਸਾਨੂੰ ਲੋੜ ਹੈ ਸਾਧ ਸੰਗਤ ਜੀ, ਆਪਾਂ ਤੋਂ ਪਿੱਛੇ ਹਟਦੇ ਜਾ ਰਹੇ। ਸਾਨੂੰ ਲੋੜ ਹੈ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਬਚਨ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ। ਜੇ ਸਾਡੇ ਅੰਦਰ ਸਹਿਜ ਹੈ ਨਹੀਂ, ਜੇ ਸਾਡੇ ਅੰਦਰ ਸਬਰ ਹੈ ਨਹੀਂ, ਜੇ ਸਾਡੇ ਅੰਦਰ ਪ੍ਰਕਾਸ਼ ਹੈ ਨਹੀਂ, ਪੜ੍ਹਨਾ ਸੁਣਨਾ ਗੁਣਨਾ, ਫਿਰ ਉਹਦਾ ਕੋਈ ਫਾਇਦਾ ਨਹੀਂ ਹੈ। ਫਿਰ ਕੀ ਹੋਵੇਗਾ? ਮਹਾਰਾਜ ਕਹਿੰਦੇ ਅੰਦਰ ਸਹਿਜ ਆਵੇ, ਅੰਦਰ ਸਬਰ ਆਵੇ। ਸਾਡਾ ਜਿਹੜਾ ਆ ਬੁੱਧੀ ਹੈ, ਪ੍ਰਕਾਸ਼ ਇਹਦੇ ਅੰਦਰ ਹੋਣਾ ਚਾਹੀਦਾ ਹੈ। ਸਾਡੇ ਐਸ ਆ ਜਿਹੜਾ ਆ ਮਸਤਕ ਹੈ, ਚਾਨਣ ਇਹਦੇ ਅੰਦਰ ਹੋਣਾ ਚਾਹੀਦਾ ਹੈ। ਘਰ ਤਾਂ ਵਸਦੇ ਹੈ, ਸਮਾਜ ਤਾਂ ਚੱਲਦੇ ਹੈ। ਤੇ ਜੇ ਸਾਡਾ ਆ ਚੀਜ਼ ਹਨੇਰੇ ਨਾਲ ਭਰ ਗਈ, ਗੁਰਮੁਖ ਪਿਆਰਿਓ ਸਾਧ ਸੰਗਤ ਜੀ, ਜਿੰਨਾ ਮਰਜੀ ਜੋ ਮਰਜੀ ਕਰ ਲਿਓ, ਘਰ ਨਹੀਂ ਵਸਦੇ। ਤੇ ਪ੍ਰਕਾਸ਼ ਪੁਰਬ ਮਨਾਏ ਵੀ ਇਸੇ ਕਰਕੇ ਜਾਂਦੇ ਕਿ ਸਾਡਾ ਜੀਵਨ ਸੁਧਰ ਜਾਵੇ, ਸਾਡਾ ਜੀਵਨ ਸਹੀ ਹੋ ਜਾਵੇ। ਤੇ ਜੀਵਨ ਦੇ ਵਿੱਚ ਤਾਂ ਅੱਜ ਵੀ ਰੱਜ ਕੇ ਹਨੇਰਾ ਹੈ। ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਮਹਾਰਾਜ ਆਖਦੇ ਨੇ ਕਿ ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਬਿਧ ਜੋਗ ਸਾਧਨਾ ਸਾਧਾ, ਤਿਨ ਜੋ ਕਰੀ ਅਲਖ ਕੀ ਸੇਵਾ, ਤਾਤੇ ਭਏ ਪ੍ਰਸੰਨ ਗੁਰਦੇਵਾ। ਚਿਤਨਾ ਭਇਓ ਹਮਰੋ ਆਵਨ ਕੈ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਤੇ ਸਤਿਗੁਰੂ ਗੁਰੂ ਪਾਤਸ਼ਾਹ ਨੇ ਇੱਕ ਫਿਰ ਬਚਨ ਕੀਤਾ। ਮਹਾਰਾਜ ਆਖਦੇ ਨੇ
कि जाए तहा तुम धर्म चलावो, कबुद्ध करन ते लोग हटावो। ਤੇ ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਇਹਨਾਂ ਬਚਨਾਂ ਨੂੰ ਦੇਖੀਏ ਨਾ, ਤੇ ਉਸ ਵਕਤ ਪਾਤਸ਼ਾਹ ਜੀ ਆਪ ਆਖਦੇ ਨੇ ਕਿ ਮਾਲਕ ਨੇ ਮੈਨੂੰ, ਅਕਾਲ ਪੁਰਖ ਨੇ ਭੇਜਿਆ ਕਿ ਤੁਸੀਂ ਸੰਸਾਰ ਦੇ ਵਿੱਚ ਜਾਵੋ ਤੇ ਜਾ ਕੇ ਤੁਸੀਂ ਜਾਏ ਤਹਾਂ ਤੁਮ ਧਰਮ ਚਲਾਵੋ, ਕਬੁੱਧ ਕਰਨ ਤੇ ਲੋਕ ਹਟਾਵੋ। ਵੀ ਧਰਮ ਚਲਾਵੋ, ਜਿਹੜੇ ਲੋਕ ਕਬੁੱਧ ਬਿਗੜੀ ਬੁੱਧੀ ਵਾਲੇ, ਕਬੁੱਧ ਇੱਕ ਸ਼ਬਦ ਹੈ ਜੀ ਸੰਗਤ, ਇੱਕ ਸ਼ਬਦ ਹੈ ਕੁਸੰਗਤ, ਇਸੇ ਤਰ੍ਹਾਂ ਇੱਕ ਸ਼ਬਦ ਹੈ ਬੁੱਧ, ਦੂਸਰਾ ਸ਼ਬਦ ਹੈ ਕਬੁੱਧ। ਕਬੁੱਧ ਉਹਨੂੰ ਆਖਦੇ ਨੇ ਜਿਹਨੂੰ ਅਕਲ ਨਾ ਹੋਵੇ। ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਕਿ ਜਿਹੜੇ ਲੋਕ ਬੇਅਕਲੀ ਦੇ ਵਿੱਚ ਧਰਮ ਨੂੰ ਇੱਕ ਦੂਸਰੇ ਦੇ ਉੱਪਰ ਥੋਪਦੇ ਨੇ, ਮਹਾਰਾਜ ਕਹਿੰਦੇ ਉਹਨਾਂ ਨੂੰ ਜਾ ਕੇ ਤੁਸੀਂ ਪਛਾੜੋ, ਉਹਨਾਂ ਨੂੰ ਜਾ ਕੇ ਸਹੀ ਰਸਤੇ ਪਾਓ। ਤੇ ਸਾਧ ਸੰਗਤ ਜੀ ਉਸ ਵਕਤ ਸਤਿਗੁਰੂ ਪਾਤਸ਼ਾਹ ਨੇ ਫਿਰ ਬਚਨ ਕੀਤਾ। ਮੈਂ ਥੋੜਾ ਨਾਲ ਬਚਨ ਤਾਂ ਨਾਲ ਆਖ ਰਿਹਾ ਕਿ ਤੁਹਾਨੂੰ ਆਪਾਂ ਇਤਿਹਾਸ ਤੋਂ ਬਾਹਰ ਵੀ ਨਾ ਜਾਈਏ, ਬਾਣੀ ਤੋਂ ਬਾਹਰ ਵੀ ਨਾ ਜਾਈਏ, ਨਾਲ ਤੁਰੀ ਜਾਈਏ। ਤੇ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਮੁਰਪਿਤ ਪੂਰਵ ਕੀਅਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤਰਵੈਣੀ ਭਏ, ਪੁੰਨ ਦਾਨ ਦਿਨ ਕਰਤਵ ਤਏ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵ ਲਿਓ। ਪਟਨੇ ਦੇ ਵਿੱਚ ਗੁਰੂ ਗੋਬਿੰਦ ਰਾਏ ਉਹਨਾਂ ਦਾ ਜਿਹੜਾ ਪ੍ਰਕਾਸ਼ ਹੁੰਦਾ ਹੈ, ਉਹਨਾਂ ਦਾ ਜਨਮ ਹੁੰਦਾ ਹੈ। ਹੁਣ ਸਾਧ ਸੰਗਤ ਜੀ ਇੱਥੇ ਇੱਕ ਮੁਸਲਮਾਨ ਫਕੀਰ ਜਿਹਦਾ ਨਾਮ ਹੈ ਸਾਧ ਸੰਗਤ ਜੀ ਸਾਈਂ ਭੀਖਣ ਸ਼ਾਹ। ਮੈਂ ਸਿਰਫ ਇੱਕ ਪੁਆਇੰਟ ਹੀ ਤੁਹਾਡੇ ਨਾਲ ਸਾਂਝਾ ਕਰਨਾ ਹੈ। ਅੱਜ ਬੜੇ ਲੋਕ ਹੈ ਜਿਹੜੇ ਅੱਜ ਵੀ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਮਾੜਾ ਆਖਦੇ ਨੇ, ਤੇ ਮੈਂ ਇਸ ਗੱਲ ਨੂੰ ਦੁਹਰਾਵਾਂ ਨਾ। ਥੋੜੇ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਫੋਨ ਤੇ, ਜਿਹੜੀ ਕਬੁੱਧ ਮਤ ਸੀ ਨਾ, ਉਹਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਗਾਲਾਂ ਵੀ ਕੱਢੀਆਂ ਸੀ। ਤੁਸੀਂ ਜੇ ਕਿਤੇ ਸੁਣਿਆ ਦੇਖਿਆ ਹੋਵੇ। ਚਲੋ ਸਤਿਗੁਰੂ ਗੁਰੂ ਪਾਤਸ਼ਾਹ ਰਹਿਮਤ ਕਰਨ, ਇਹੋ ਜਿਹੇ ਕਬੁੱਧੀਆਂ ਨੂੰ ਬੁੱਧ ਦੇਣ। ਹੁਣ ਜਿਸ ਵਕਤ ਨਾ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਤੇ ਉਸ ਵਕਤ ਸਾਈਂ ਛਾਹ ਭੀਖਣ ਇਹਨਾਂ ਨੇ ਸਾਧ ਸੰਗਤ ਜੀਓ ਜਿਹੜਾ ਸਜਦਾ ਸੀ ਨਾ ਉਹ ਉਲਟ ਦਿਸ਼ਾ ਨੂੰ ਕਰ ਦਿੱਤਾ। ਤੇ ਜਿਹੜੇ ਨਾਲ ਦੇ ਇਹਨਾਂ ਦੇ ਮੁਰੀਦ ਸਨ, ਚੇਲੇ ਸਨ, ਉਹਨਾਂ ਨੇ ਉਸ ਵਕਤ ਸਾਈਂ ਜੀ ਨੂੰ ਪੁੱਛਿਆ ਕਿ ਇਹ ਕਿਵੇਂ ਹੈ, ਇਹ ਤੁਸੀਂ ਗਲਤੀ ਨਹੀਂ ਕੀਤੀ ਹੈ, ਇਹ ਤੁਸੀਂ ਗਲਤੀ ਨਹੀਂ ਕੀਤੀ ਹੈ, ਇਹ ਤੁਸੀਂ ਕੀਤਾ ਕਿਆ ਹੈ। ਤੇ ਸਾਈਂ ਜੀ ਆਖਣ ਲੱਗੇ ਕਿ ਮੈਂ ਜਿਹੜਾ ਮੇਰਾ ਆਹ ਸੀਸ ਹੈ ਨਾ ਖੁਦਾ ਨੂੰ ਝੁਕਦਾ ਹੈ, ਤੇ ਅੱਜ ਮੈਨੂੰ ਮੇਰੇ ਖੁਦਾ ਦਾ ਝਲਕਾਰਾ, ਅੱਜ ਮੈਨੂੰ ਮੇਰੇ ਖੁਦਾ ਦਾ ਜਿਹੜਾ ਦੀਦਾਰ ਹੈ ਉਹ ਮੈਨੂੰ ਪਟਨੇ ਦਿਸ਼ਾ ਵੱਲ ਜਿਹੜਾ ਦਿਖਿਆ ਹੈ, ਤੇ ਇਸ ਕਰਕੇ ਮੈਂ ਉਧਰ ਨੂੰ ਜਿਹੜਾ ਆਪਣਾ ਸੀਸ ਝੁਕਾਇਆ ਹੈ। ਤੇ ਉਸ ਵਕਤ ਨਾਲ ਦੇ ਜਿਹੜੇ ਚੇਲੇ ਸਨ ਉਹ ਆਖਣ ਲੱਗੇ ਕਿ ਸਾਈਂ ਜੀ ਜੇ ਇਹੋ ਜਿਹੀ ਗੱਲ ਹੈ ਤੇ ਫਿਰ ਆਪਾਂ ਵੀ ਦੇਖਣਾ ਚਾਹੁੰਦੇ। ਛਾਹ ਭੀਖਣ ਜੀ ਪਟਨੇ ਸਾਹਿਬ ਦੀ ਧਰਤੀ ਦੇ ਉੱਪਰ ਆਏ ਤੇ ਸਾਧ ਸੰਗਤ ਜੀ ਉਹਨਾਂ ਨੂੰ ਮਾਮਾ ਕਿਰਪਾਲ ਚੰਦ ਤੇ ਉਹਨਾਂ ਨੇ ਗੋਬਿੰਦ ਰਾਏ ਸ਼ਾਹ ਜੀ ਨੂੰ ਜਿਹੜੇ ਦਰਸ਼ਨ ਕਰਾਏ ਨਾ, ਤੇ ਉਸ ਵਕਤ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਦੋ ਕੁੱਜੀਆਂ ਲਈਆਂ, ਇੱਕ ਦੇ ਵਿੱਚ ਪਾਣੀ ਸੀ, ਇੱਕ ਦੇ ਵਿੱਚ ਦੁੱਧ ਸੀ। ਤੇ ਜਿਸ ਵਕਤ ਦਰਸ਼ਨ ਕਰਨ ਗਏ ਨਾ, ਹੁਣ ਆਪਣੀਆਂ ਰਮਜ਼ਾਂ ਦੇ ਵਿੱਚ ਇੱਕ ਸਵਾਲ ਰੱਖ ਦਿੱਤਾ। ਤੇ ਉਸ ਵਕਤ ਗੋਬਿੰਦ ਰਾਏ ਸੱਚੇ ਪਾਤਸ਼ਾਹ ਉਹਨਾਂ ਨੇ ਆਪਣੇ ਬਚਪਨ ਦੀ ਅਵਸਥਾ ਦੇ ਵਿੱਚ ਸਾਈਂ ਦੇ ਉਸ ਸਵਾਲ ਦਾ ਜਿਹੜਾ ਜਵਾਬ ਦਿੱਤਾ। ਇਹ ਸਵਾਲ ਪੈਦਾ ਪਤਾ ਕਿਉਂ ਹੋਇਆ ਸੀ? ਕਿਉਂਕਿ ਛਾਹ ਭੀਖਣ ਉਹ ਖੁਦਾ ਨੂੰ ਮੰਨਣ ਵਾਲਾ ਹੈ, ਮੁਸਲਮਾਨ ਹੈ, ਤੇ ਜਿਹੜੇ ਉਹਦੇ ਨਾਲ ਦੇ ਸ਼ਾਗਿਰਦ ਹੈ, ਉਹਦੇ ਨਾਲ ਦੇ ਸੇਵਾਦਾਰ ਹੈ, ਹੁਣ ਉਹ ਵੀ ਖੁਦਾ ਨੂੰ ਮੰਨਦੇ ਨੇ। ਹੁਣ ਉਹਨਾਂ ਨੇ ਸਵਾਲ ਪੈਦਾ ਕਰ ਦਿੱਤਾ ਕਿ ਜਿਹੜੇ ਜਿੱਧਰ ਨੂੰ ਤੁਸੀਂ ਸੀਸ ਝੁਕਾਇਆ, ਸਿਰ ਝੁਕਾਇਆ ਹੈ, ਉਹ ਮੁਸਲਮਾਨਾਂ ਦਾ ਰਹਿਬਰ ਹੈ, ਉਹ ਸਾਡਾ ਖੁਦਾ ਹੈ।
ਤੇ ਉਸ ਵਕਤ ਜਦੋਂ ਇਹ ਕੁੱਜੀਆਂ ਸਾਹਮਣੇ ਕੀਤੀਆਂ ਨਾ ਸਾਧ ਸੰਗਤ ਜੀ, ਤੇ ਗੋਬਿੰਦ ਰਾਏ ਸੱਚੇ ਪਾਤਸ਼ਾਹ ਨੇ ਆਪਣੇ ਪੈਰ ਉਸ ਕੱਪੜੇ ਦੇ ਵਿੱਚੋਂ ਬਾਹਰ ਕੱਢੇ ਤੇ ਉਹ ਕੁੱਜੀਆਂ ਦੇ ਉੱਪਰ ਪੈਰ ਲੱਗਿਆ, ਦੋਨੇ ਕੁੱਜੀਆਂ ਥੱਲੇ ਗਿਰ ਗਈਆਂ। ਜਿਹੜਾ ਦੁੱਧ ਸੀ, ਪਾਣੀ ਸੀ, ਥੋੜਾ ਅੱਗੇ ਜਾ ਕੇ ਉਹ ਸਾਧ ਸੰਗਤ ਜੀ ਆਪਸ ਵਿੱਚ ਮਿਲ ਗਿਆ ਤੇ ਸਾਈਂ ਜੀ ਨਮਸਕਾਰ ਕਰਕੇ ਵਾਪਸ ਮੁੜਨ ਲੱਗੇ। ਤੇ ਜਦੋਂ ਮੁੜੇ ਨਾ ਉਸ ਵਕਤ ਜਿਹੜੇ ਨਾਲ ਦੇ ਆਏ ਸੀ ਉਹਨਾਂ ਨੇ ਫਿਰ ਇਹ ਗੱਲ ਆਖੀ, ਸ਼ਾਹ ਜੀ, ਸਾਈਂ ਜੀ, ਬਈ ਆਪਾਂ ਜਿਹੜੇ ਕੰਮ ਵਾਸਤੇ ਆਏ ਉਹਦਾ ਤਾਂ ਕੋਈ ਹੱਲ ਹੋਇਆ ਨਹੀਂ, ਪਤਾ ਨਹੀਂ ਲੱਗਿਆ। ਤੇ ਸਾਈਂ ਜੀ ਆਖਣ ਲੱਗੇ ਕਿ ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਹੈ। ਤੇ ਉਸ ਵਕਤ ਉਹ ਆਖਣ ਲੱਗੇ ਕਿ ਫਿਰ ਸਾਨੂੰ ਵੀ ਦੱਸੋ ਵੀ ਜਿਹੜਾ ਇਹ ਪੈਦਾ ਹੋਇਆ ਹੈ ਇਹ ਮੁਸਲਮਾਨਾਂ ਦੇ ਹੱਕ ਵਿੱਚ ਹੈ ਜਾਂ ਹਿੰਦੂਆਂ ਦੇ ਹੱਕ ਵਿੱਚ ਹੈ। ਤੇ ਉਸ ਵਕਤ ਸਾਈਂ ਜੀ ਨੇ ਬਹੁਤ ਸੋਹਣਾ ਜਵਾਬ ਦਿੱਤਾ। ਉਹ ਆਖਣ ਲੱਗੇ ਕਿ ਇਹ ਖੁਦਾ ਦਾ ਰੂਪ ਹੈ, ਖੁਦ ਖੁਦਾ ਹੈ। ਤੇ ਸਾਧ ਸੰਗਤ ਜੀ ਉਸ ਵਕਤ ਉਹ ਆਖਣ ਲੱਗੇ ਜਿਹੜੇ ਮੈਂ ਆ ਦੋ ਕੁੱਜੀਆਂ ਲੈ ਕੇ ਗਿਆ ਸੀ, ਇੱਕ ਕੁੱਜੀ ਦੇ ਵਿੱਚ ਦੁੱਧ ਸੀ, ਦੂਸਰੇ ਵਿੱਚ ਪਾਣੀ ਸੀ, ਜਦੋਂ ਇਹਨਾਂ ਨੇ ਆਪਣਾ ਪੈਰ ਮਾਰਿਆ ਉਹ ਦੋਨੇ ਥੱਲੇ ਗਿਰੀਆਂ ਤੇ ਪਾਣੀ ਤੇ ਦੁੱਧ ਮਿਕਸ ਹੋ ਗਿਆ। ਉਸ ਵਕਤ ਮੈਨੂੰ ਜਵਾਬ ਮਿਲ ਗਿਆ ਸੀ, ਨਾ ਇਹ ਹਿੰਦੂਆਂ ਦਾ ਨਾ ਮੁਸਲਮਾਨਾਂ ਦਾ, ਇਹ ਸਾਂਝਾ ਪੀਰ ਹੈ, ਇਹ ਸਾਂਝਾ ਗੁਰੂ ਹੈ, ਜਿਹਨੇ ਕੁੱਜੀਆਂ ਦੇ ਵਿੱਚੋਂ ਸਾਧ ਸੰਗਤ ਜੀ ਧਰਮ ਨੂੰ ਕੱਢ ਕੇ, ਜਿਹਨੇ ਕੁੱਜੀਆਂ ਦੇ ਵਿੱਚੋਂ ਲੋਕਾਂ ਨੂੰ ਕੱਢ ਕੇ ਧਰਮੀ ਬਣਾਉਣਾ ਹੈ। ਤੇ ਅੱਜ ਮੈਨੂੰ ਖਿਮਾ ਕਰਿਓ, ਆਪਾਂ ਕੁੱਜੀਆਂ ਦੇ ਵਿੱਚ ਪਏ ਹੋਏ ਆ। ਮੈਂ ਗੁਰਬਾਣੀ ਵਿੱਚੋਂ ਥੋੜਾ ਜਿਹਾ ਤੁਹਾਡੇ ਸਮਕਸ਼ ਬੇਨਤੀ ਕਰਾਂ, ਤੁਸੀਂ ਇਮਾਨਦਾਰੀ ਨਾਲ ਇਹ ਗੱਲ ਦੱਸਿਓ ਕਿ ਅੱਜ ਜਿਹੜਾ ਮੁਸਲਮਾਨ ਖੁਦਾ ਨੂੰ ਮੰਨਦਾ, ਨਮਾਜ਼ ਪੜ੍ਹਦਾ ਹੈ, ਉਹ ਕਦੇ ਮੰਦਿਰ ਵਿੱਚ ਮੱਥਾ ਟੇਕਦਾ ਦੇਖਿਆ ਤੁਸੀਂ? ਕਦੇ ਮੰਦਿਰ ਵਿੱਚ ਮੱਥਾ ਨਹੀਂ ਟੇਕਦਾ। ਤੇ ਜੇ ਹਿੰਦੂ ਹੈ, ਹਿੰਦੂ ਕਦੇ ਤੁਸੀਂ ਮੱਕੇ ਕਾਬੇ ਜਾਂਦਾ ਦੇਖਿਆ? ਨਹੀਂ ਜਾਂਦਾ। ਤੇ ਹੁਣ ਇਹਦਾ ਮਤਲਬ ਕੀ ਹੈ? ਦੁਨੀਆ ਨੇ ਧਰਮ ਨੂੰ ਕੁੱਜੀਆਂ ਦੇ ਵਿੱਚ ਪਾ ਕੇ ਰੱਖ ਦਿੱਤਾ। ਦੁਨੀਆ ਨੇ ਸਾਧ ਸੰਗਤ ਜੀ ਧਰਮ ਨੂੰ ਇੱਕ ਦਾਇਰੇ ਵਿੱਚ ਬੰਨ੍ਹ ਕੇ ਰੱਖ ਦਿੱਤਾ। ਤੇ ਗੁਰਬਾਣੀ ਨੇ ਬਚਨ ਕੀਤਾ, ਅੱਲਾਹ ਏਕ ਮਸੀਤ ਵਸਤ ਹੈ ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ ਦੋ ਮੈਂ ਤਤ ਨਾ ਹੇਰਾ। ਜੇ ਤੂੰ ਆਖਦਾ ਕਿ ਮੇਰਾ ਅੱਲਾ ਮਸੀਤ ਵਿੱਚ ਵਸਦਾ ਹੈ, ਮੇਰਾ ਅੱਲਾ ਮੱਕੇ ਕਾਬੇ ਦੇ ਵਿੱਚ ਵਸਦਾ, ਫਿਰ ਬਾਕੀ ਮੁਲਕ ਦੇ ਵਿੱਚ ਕੀ ਹੈ? ਇੱਕ ਪਾਸੇ ਆਖਦਾ ਰੱਬ ਸਾਰੀਆਂ ਜਗ੍ਹਾ ਦੇ ਵਿੱਚ ਮੌਜੂਦ ਹੈ, ਦੂਸਰੇ ਪਾਸੇ ਆਖਦੇ ਕਿ ਰੱਬ ਕੱਲਾ ਕਾਬੇ ਦੇ ਵਿੱਚ ਮੌਜੂਦ ਹੈ। ਇੱਕ ਨਿਰਣਾ ਤਾਂ ਕਰ ਲਓ, ਇੱਕ ਫੈਸਲਾ ਤਾਂ ਕਰ ਲਓ। ਇਸੇ ਤਰ੍ਹਾਂ ਸਾਧ ਸੰਗਤ ਜੀ ਹਿੰਦੂ ਮਤ ਹੈ ਤੇ ਉਹ ਵੀ ਆਖਦੇ ਨੇ ਕਿ ਰੱਬ ਸਾਡਾ ਮੰਦਿਰ ਵਿੱਚ ਹੈ, ਰੱਬ ਸਾਡਾ ਮੂਰਤੀ ਵਿੱਚ ਹੈ। ਤੇ ਸਾਧ ਸੰਗਤ ਜੀ ਨਾ ਮੁਸਲਮਾਨ ਮੰਦਿਰ ਵਿੱਚ ਜਾ ਸਕਦਾ, ਨਾ ਹਿੰਦੂ ਕਾਬੇ ਵਿੱਚ ਜਾ ਸਕਦਾ। ਤੇ ਯਾਦ ਰੱਖਿਓ, ਜੇ ਖੁਦਾ ਦਾ ਬਣਾਇਆ ਹੋਇਆ ਬੰਦਾ ਖੁਦਾ ਦੇ ਘਰ ਦੇ ਵਿੱਚ ਨਹੀਂ ਜਾ ਸਕਦਾ, ਖੁਦਾ ਦਾ ਬਣਾਇਆ ਹੋਇਆ ਬੰਦਾ ਖੁਦਾ ਦੇ ਘਰ ਦੇ ਵਿੱਚ ਨਹੀਂ ਜਾ ਸਕਦਾ, ਤੇ ਫਿਰ ਸਾਧ ਸੰਗਤ ਜੀ ਉਹ ਖੁਦਾ ਦਾ ਘਰ ਨਹੀਂ ਹੋ ਸਕਦਾ, ਖੁਦ ਦਾ ਘਰ ਹੋ ਸਕਦਾ ਹੈ। ਉਹ ਖੁਦ ਦਾ ਘਰ ਹੋ ਸਕਦਾ। ਹੁਣ ਹਿੰਦੂ ਕਾਬੇ ਨਹੀਂ ਜਾ ਸਕਦਾ, ਮੁਸਲਮਾਨ ਮੰਦਿਰ ਵਿੱਚ ਨਹੀਂ ਆ ਸਕਦਾ, ਤੇ ਸਾਧ ਸੰਗਤ ਜੀ ਉਹ ਖੁਦਾ ਦਾ ਘਰ ਨਹੀਂ, ਉਹ ਖੁਦ ਦਾ ਘਰ ਹੈ, ਜਿੱਥੋਂ ਸਾਡੀ ਖੁਦਾਈ ਚੱਲਦੀ ਹੈ। ਉਹ ਸਾਡੇ ਖੁਦ ਦੇ ਘਰ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਾਰਿਆਂ ਨੂੰ ਸਾਧ ਸੰਗਤ ਜੀ ਇੱਕ ਸਮਾਨਤਾ ਕੀਤੀ ਹੈ। ਤੇ ਜੇ ਸਤਿਗੁਰੂ ਪਾਤਸ਼ਾਹ ਨੇ ਆਪਣਾ ਧਰਮ ਕਿਤੇ ਅਲੱਗ ਕਰਨਾ ਹੁੰਦਾ ਸੀ ਨਾ, ਕਰਨਾ ਹੋਣਾ ਸੀ, ਤੇ ਉਸ ਵਕਤ ਪਟਨੇ ਸਾਹਿਬ ਦੀ ਧਰਤੀ ਦੇ ਉੱਪਰ ਇੱਕ ਸ਼ਿਵਦੱਤ ਪੰਡਤ ਹੈ। ਇਤਿਹਾਸ ਵਿੱਚ ਕਿਤੇ ਨਹੀਂ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ ਹੋਵੇ ਕਿ ਪੰਡਤ ਜੀ ਛੱਡੋ ਤੁਸੀਂ ਆ ਮੰਤਰ ਪੜ੍ਹਨੇ, ਪੰਡਤ ਜੀ ਛੱਡੋ ਤੁਸੀਂ ਆ ਜਿਹੜਾ ਤੁਸੀਂ ਚੌਂਕੜਾ ਮਾਰਦੇ ਆ, ਆਓ ਤੁਸੀਂ ਸਾਡੇ ਧਰਮ ਦੇ ਵਿੱਚ, ਤੁਹਾਨੂੰ ਆਪਾਂ ਰੱਬ ਦੇ ਦਰਸ਼ਨ ਕਰਾਈਏ। ਉਸ ਵਕਤ ਵੀ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਕੋ ਗੱਲ ਆਖੀ ਸੀ, ਪੰਡਤ ਜੀ ਜਿਹੜਾ ਤੁਸੀਂ ਨੇਮ ਨਿਭਾਉਂਦੇ ਹੋ ਇਮਾਨਦਾਰੀ ਨਾਲ ਨਿਭਾਈ ਜਾਇਓ, ਬਸ ਇਹਦੇ ਵਿੱਚ ਹੀ ਰੱਬ ਤੁਹਾਨੂੰ ਦਿਖ ਜਾਵੇਗਾ। ਤੇ ਜਿਸ ਵਕਤ ਕਰੀਮ ਬਖਸ਼, ਰਹੀਮ ਬਖਸ਼, ਨਵਾਬ ਇਹ ਆਏ
ਤੇ ਉਹਨਾਂ ਨੂੰ ਵੀ ਇੱਕੋ ਗੱਲ ਆਖੀ ਸੀ, ਤੁਸੀਂ ਰੋਜ਼ ਨਮਾਜ਼ ਪੜ੍ਹਨੀ, ਨਮਾਜ਼ ਅਦਾ ਕਰਕੇ ਸਤ ਸੰਗਤ ਕਰਿਓ, ਤੁਹਾਨੂੰ ਗੁਰੂ ਦੇ ਦਰਸ਼ਨ, ਅੱਲਾ ਪਾਕ ਦੇ, ਖੁਦਾ ਦੇ ਦਰਸ਼ਨ ਹੋਣਗੇ। ਕਿਤੇ ਵੀ ਇਤਿਹਾਸ ਵਿੱਚ ਇਹ ਨਹੀਂ ਮਿਲਦਾ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਹੋਵੇ ਤੂੰ ਮੁਸਲਮਾਨ ਹੈ, ਤੂੰ ਸਿੱਖ ਧਰਮ ਵਿੱਚ ਨਹੀਂ ਆ ਸਕਦਾ, ਜਾਂ ਪਹਿਲਾਂ ਮੁਸਲਮਾਨੀ ਛੱਡ, ਨਮਾਜ਼ ਪੜ੍ਹਨੀ ਛੱਡ, ਫਿਰ ਸਾਡੇ ਕੋਲ ਸਿੱਖ ਬਣਾ ਕੇ। ਸਤਿਗੁਰੂ ਗੁਰੂ ਪਾਤਸ਼ਾਹ ਨੇ ਸਾਨੂੰ ਫਰੀਡਮ ਕੀਤਾ ਹੈ, ਆਜ਼ਾਦ ਕੀਤਾ ਹੈ ਵੀ ਤੁਸੀਂ ਆਜ਼ਾਦੀ ਦੇ ਵਿੱਚ, ਮਹਾਰਾਜ ਕਹਿੰਦੇ ਧਰਮੀ ਬਣੋ, ਧਰਮ ਦੇ ਨਾਲ ਨਾਲ ਇਨਸਾਨੀਅਤ ਤੁਹਾਡੇ ਅੰਦਰ ਹੋਵੇ। ਲੋੜ ਇਨਸਾਨੀਅਤ ਦੀ ਹੈ। ਧਰਮ ਕੋਈ ਨਹੀਂ ਮਾੜਾ, ਸਿੱਖ ਧਰਮ ਨਹੀਂ ਮਾੜਾ, ਹਿੰਦੂ ਧਰਮ ਨਹੀਂ ਮਾੜਾ, ਮੁਸਲਮਾਨ ਧਰਮ ਮਾੜਾ ਨਹੀਂ ਹੈ, ਕ੍ਰਿਸਚਨ ਮਾੜੇ ਨਹੀਂ ਹੈ, ਸਾਧ ਸੰਗਤ ਜੀ, ਬੋਧੀ ਮਾੜੇ ਨਹੀਂ ਹੈ, ਜੈਨੀ ਮਾੜੇ ਨਹੀਂ ਹੈ, ਮਾੜੇ ਨਹੀਂ ਹੈ। ਮਾੜਾ ਕੌਣ ਹੈ? ਹੁਣ ਆਪਾਂ ਸਿੱਖ ਬੈਠੇ ਆ, ਜੇ ਸਿੱਖ ਜਾ ਕੇ ਚੋਰੀ ਕਰ ਲਵੇ, ਕੌਣ ਮਾੜਾ ਹੋਇਆ? ਧਰਮ ਮਾੜਾ ਕਿ ਬੰਦਾ ਮਾੜਾ? ਧਰਮ ਨਹੀਂ ਮਾੜਾ। ਸਾਡੇ ਅੰਦਰ ਪਰਮਾਤਮਾ ਨੇ ਇਨਸਾਨੀਅਤ ਪੈਦਾ ਕੀਤੀ, ਆਪਣੇ ਅੰਦਰ ਇਨਸਾਨੀਅਤ ਪੈਦਾ ਕਰ, ਸ਼ੁਭ ਗੁਣ ਲੈ ਕੇ ਆ। ਇਹ ਆਣਗੇ ਉਦੋਂ ਜਦੋਂ ਗੁਰਬਾਣੀ ਪੜ੍ਹੇਗਾ, ਤੇ ਜੇ ਨਾ ਪੜ੍ਹੀ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਵਾਰੰਗਵਾਰਾ। ਮਹਾਰਾਜ ਕਹਿੰਦੇ ਹਜੇ ਵੀ ਸੋਚਦਾ ਪਿਆ, ਹੁਣ ਬਾਣੀ ਪੜ੍ਹਨੀ ਸ਼ੁਰੂ ਕਰ। ਤੇ ਸਤਿਗੁਰੂ ਗੁਰੂ ਪਾਤਸ਼ਾਹ ਨੇ ਸਾਧ ਸੰਗਤ ਜੀ ਜਦੋਂ ਪਟਨੇ ਦੀ ਧਰਤੀ ਤੋਂ ਚਾਲੇ ਪਏ ਨਾ, ਇੱਕ ਦੋ, ਕਿਉਂਕਿ ਸਮਾਂ ਸੀਮਤ ਹੁੰਦਾ ਹੈ, ਮੈਂ ਇਤਿਹਾਸ ਪੂਰਾ ਨਹੀਂ ਤੁਹਾਡੇ ਸਮਕਸ਼ ਰੱਖ ਸਕਦਾ, ਇੱਕ ਦੋ ਸਾਖੀਆਂ ਹੋਰ ਤੁਹਾਡੇ ਸਮਕਸ਼ ਬੇਨਤੀ ਕਰਾਂ। ਸਮਝ ਆਈਏ ਕਿ ਇਹ ਉਹ ਪਾਵਨ ਦਰਬਾਰ ਹੈ, ਨਾ ਤਾਂ ਇੱਥੇ ਚਲਾਕੀ ਚੱਲਦੀ ਹੈ, ਨਾ ਇੱਥੇ ਸਾਧ ਸੰਗਤ ਜੀ ਵਿਦਵਤਾ ਚੱਲਦੀ ਹੈ, ਇੱਥੇ ਚੱਲਦਾ ਹੈ ਪ੍ਰੇਮ। ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਢੱਕਣ ਕੂਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਇੱਥੇ ਤਾਂ ਪ੍ਰੇਮ ਦੀ ਗੱਲ ਹੈ, ਇੱਥੇ ਤਾਂ ਸਾਧ ਸੰਗਤ ਜੀ ਉਹ ਗੱਲ ਹੈ, ਜਦੋਂ ਮਹਾਰਾਜ ਕਹਿੰਦੇ ਧਰਮ ਦੇ ਉੱਪਰ ਤੁਰਨਾ ਨਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਜੇ ਕਹਿੰਦੇ ਵਾਕਈ ਧਰਮ ਦੇ ਉੱਪਰ ਤੁਰਨਾ ਨਾ, ਤਾਂ ਗੁਰੂ ਪਿਆਰ ਵਾਲਿਓ ਗੱਲ ਯਾਦ ਰੱਖਿਓ, ਜਦੋਂ ਬੰਦਾ ਧਰਮ ਦੇ ਉੱਪਰ ਬੋਲੇਗਾ ਨਾ, ਜਦੋਂ ਬੰਦੇ ਨੇ ਸੱਚ ਬੋਲਣਾ ਸ਼ੁਰੂ ਕਰ ਦਿੱਤਾ, ਉਸ ਵਕਤ ਤੋਂ ਦੁਸ਼ਮਣ ਬਹੁਤ ਪੈਦਾ ਹੋ ਜਾਣੇ। ਮਹਾਰਾਜ ਕਹਿੰਦੇ ਤਾਂ ਬੋਲੀ, ਧਰਮ ਦੇ ਉੱਪਰ ਤਾਂ ਤੁਰੀ ਜੇ ਆਪਣਾ ਸਿਰ ਕਟਾਉਣ ਲਈ ਤਿਆਰ ਹੈ। ਹੁਣ ਆਹ ਗੱਲ ਸੱਚ ਦੀ ਹੋ ਰਹੀ ਹੈ, ਤੇ ਮੇਰਾ ਖਿਆਲ ਹੈ ਸਾਧ ਸੰਗਤ ਜੀ, ਹੋ ਸਕਦਾ ਕਿਸੇ ਦੇ ਮਨ ਦੇ ਅੰਦਰ ਇਹ ਵਿਚਾਰ ਚੱਲਦੇ ਹੋਵੇ ਇਹ ਕਿਹੋ ਜਿਹੀ ਗੱਲ ਹੈ, ਪਰ ਸੱਚ ਬੋਲਣਾ ਬਹੁਤ ਔਖਾ, ਸੱਚ ਸੁਣਨਾ ਵੀ ਔਖਾ ਹੈ। ਗੁਰੂ ਕੀ ਬਾਣੀ ਦਾ ਬਚਨ ਹੈ, ਸਾਧ ਸੰਗਤ ਜੀ ਮਹਾਰਾਜ ਆਖਦੇ ਨੇ ਕਿ ਜਿਨ ਕੇ ਚਿੱਤ ਕਠੋਰ ਐਸੇ ਵਹਿ ਨਾ ਸਤਿਗੁਰ ਪਾਸ, ਉਥੈ ਸੱਚ ਵਰਦਾ ਕੂੜਿਆਰਾਂ, ਚਿੱਤ ਉਦਾਸ ਹੋਏ ਬਲ ਛਲ ਕਰ ਝੱਤ ਕੱਢ ਦੇ, ਸੇ ਜਾਏ ਵਹਿ ਕੂੜਿਆਰਾਂ ਪਾਸ, ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕੋ ਨਿਰਜਾਸ, ਕੂੜਿਆਰ ਕੂੜਿਆਰੀ ਜਾਏ ਰਲੇ, ਸੱਚਿਆਰ ਸਿੱਖ ਬੈਠੇ ਸਤਿਗੁਰੂ ਪਾਸ। ਕੋਈ ਸੱਚਾ ਹੀ ਸਤਿਗੁਰੂ ਦਾ ਆਸ਼ਿਕ ਹੋ ਸਕਦਾ ਹੈ, ਕੋਈ ਸੱਚਾ ਹੀ ਸਤਿਗੁਰੂ ਦੇ ਪ੍ਰੇਮ ਦਾ ਸਾਧ ਸੰਗਤ ਜੀ ਉਭੌਰਾ ਹੋ ਸਕਦਾ ਹੈ। ਮਹਾਰਾਜ ਕਹਿੰਦੇ ਕੂੜੇ ਬੰਦੇ ਸੱਚ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਤੇ ਧੰਨ ਗੁਰੂ ਗੋਬਿੰਦ ਰਾਜ ਸੱਚੇ ਪਾਤਸ਼ਾਹ ਜਦੋਂ ਆਨੰਦਪੁਰ ਨੂੰ ਚਾਲਾ ਪਾਉਣ ਲੱਗੇ ਨਾ, ਇੱਕ ਬੁੱਢੜੀ ਮਾਈ, ਉਹਦੀ ਉਮਰ ਹੈ ਸਾਧ ਸੰਗਤ ਜੀ 80 ਕੁ ਸਾਲ ਦੇ ਕਰੀਬ, ਨਾ ਤਾਂ ਉਹਦੇ ਕੋਲੋਂ ਤੁਰਿਆ ਜਾਂਦਾ ਹੈ, ਤੇ ਨਾ ਉਹਦੀ ਅੱਖਾਂ ਦੇ ਵਿੱਚ ਕੋਈ ਇੰਨੀ ਕੁ ਸੋਝੀ ਹੈ, ਕੋਈ ਲਾਈਟ ਹੈ ਕਿ ਉਹ ਕੋਈ ਕੱਪੜਾ ਬੁਣ ਸਕੇ, ਕੋਈ ਕੰਮ ਕਰ ਸਕੇ। ਪਰ ਮਨ ਦੇ ਅੰਦਰ ਇੱਕ ਸਾਧ ਸੰਗਤ ਜੀ ਚਾਅ ਪੈਦਾ ਹੋ ਗਿਆ। ਤੁਸੀਂ ਇੱਕ ਹਰ ਰੋਜ਼ ਸ਼ਬਦ ਪੜ੍ਹਦੇ ਹੋ, ਜੇ ਤਾਂ ਇਕੱਲੇ ਪੜ੍ਹਨ ਤੱਕ ਸੀਮਤ ਹੈ। ਮੈਂ ਫਿਰ ਬੇਨਤੀ ਕਰਾਂ, ਗੱਲ ਇੱਥੇ ਮੰਨਣ ਦੀ ਹੈ, ਪੜ੍ਹਨ ਦੀ ਗੱਲ ਨਹੀਂ ਹੈ। ਪੜ੍ਹਨ ਤੋਂ ਬਾਅਦ ਮੰਨਣੇ ਪੈਣਾ ਹੈ। ਤੁਸੀਂ ਰੋਜ਼ ਦਸਮ ਪਾਤਸ਼ਾਹ ਦੀ ਬਾਣੀ ਪੜ੍ਹਦੇ ਹੋ, ਤੇ ਜਦੋਂ ਆਪਾਂ ਸਵਈਆਂ ਦਾ ਪਾਠ ਕਰਦੇ ਹਾਂ, ਸਵਈਆਂ ਦੇ ਪਾਠ ਦੇ ਵਿੱਚ 9ਵਾਂ ਵੰਦ ਹੈ ਸਵਈਏ ਦਾ, 9ਵਾਂ ਪਦਾ ਜਾਂ 9ਵੀਂ ਪੌੜੀ ਆਖ ਸਕਦੇ ਹਾਂ, ਜਿਹਦੇ ਵਿੱਚ ਪਾਤਸ਼ਾਹ ਜੀ ਆਖਦੇ ਨੇ, ਕਹਾ ਭਇਓ ਜੋ ਦੋ ਲੋਚਨ ਮੂਦ ਕਹਿ, ਬੈਠ ਰਹਿਓ ਬਕ ਧਿਆਨ ਲਗਾਇਓ, ਨਾਹਤ ਫਿਰਿਓ ਲਈ ਸਾਤ ਸਮੁੰਦਰ ਲੋਕ ਗਇਓ, ਪਰ ਲੋਕ ਗਵਾਇਓ, ਵਾਸ ਕੀਓ ਵਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਵੈਸ ਬਤਾਇਓ, ਸਾਚ ਕਹੂੰ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਇੱਥੇ ਤਾਂ ਗੱਲ ਪ੍ਰੇਮ ਦੀ ਹੈ, ਇੱਥੇ ਗੱਲ ਸ਼ਰਧਾ ਦੀ ਹੈ, ਇੱਥੇ ਗੱਲ ਸਾਧ ਸੰਗਤ ਜੀ ਹੈ ਆਪਣਾ ਆਪ ਅਰਪਣ ਦੀ।
ਤਾਂ ਜਾ ਕੇ ਰੱਬ ਦੀ ਪ੍ਰਾਪਤੀ ਹੁੰਦੀ ਹੈ। ਸਾਡੀਆਂ ਅਕਲਾਂ ਦੇ ਨਾਲ, ਸਾਡੇ ਬਾਹਰਲੀ ਚਾਨਣ ਦੇ ਨਾਲ ਰੱਬ ਨਹੀਂ ਪ੍ਰਾਪਤ ਹੋ ਸਕਦਾ। ਹੁਣ ਇਹ ਮਾਈ ਜਦੋਂ ਨਾ ਮਨ ਦੇ ਅੰਦਰ ਇੱਕ ਚਾਅ ਪੈਦਾ ਹੋ ਗਿਆ ਕਿ ਮੈਂ, ਉਮਰ ਮੇਰੀ ਵਾਲੀ ਹੋ ਗਈ ਹੈ, ਜੇ ਕਿਤੇ ਖੁਦਾ ਕਰੇ ਮੇਰਾ ਆ ਜੀਵਨ ਸਫਲ ਹੋ ਜਾਵੇ, ਤੇ ਅਰਦਾਸਾਂ ਕਰਨ ਲੱਗੀ ਸੱਚੇ ਪਾਤਸ਼ਾਹ। ਪਤਾ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇੱਥੇ ਆਏ ਨੇ, ਉਹਨਾਂ ਦੇ ਘਰ ਦੇ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਹੈ, ਤੇ ਉਹ ਪੁੱਤਰ ਇਹੋ ਜਿਹਾ ਜਿਹੜਾ ਵੀ ਕੋਈ ਉਹਨਾਂ ਦੇ ਕੋਲੋਂ ਕੋਈ ਅਰਦਾਸ ਬੇਨਤੀ ਕਰਦਾ ਉਹਦੀਆਂ ਪੂਰੀਆਂ ਹੁੰਦੀਆਂ ਨੇ। ਤੇ ਹੁਣ ਇਸ ਮਾਈ ਨੇ ਇੱਕ ਅਰਦਾਸ ਕੀਤੀ, ਆਖਣ ਲੱਗੀ ਕਿ ਐ ਸੱਚੇ ਪਾਤਸ਼ਾਹ, ਜੇ ਤੂੰ ਕਿਰਪਾ ਕਰੇ, ਰਹਿਮਤ ਕਰੇ, ਜੇ ਤੂੰ ਬਖਸ਼ਿਸ਼ ਕਰੇ ਤਾਂ ਮੈਨੂੰ ਤੇਰੇ ਦੀਦਾਰ ਹੋ ਜਾ, ਮੇਰਾ ਵੀ ਆ ਜਨਮ ਸਫਲ ਹੋ ਜਾਵੇ। ਸਾਧ ਸੰਗਤ ਜੀ, ਜਦੋਂ ਪਾਤਸ਼ਾਹ ਜੀ ਤੁਰਨ ਲੱਗੇ ਨਾ, ਉਸ ਵਕਤ ਪਟਨੇ ਤੋਂ ਤਕਰੀਬਨ ਮੇਰਾ ਖਿਆਲ ਹੈ ਕਿ 20 ਕਿਲੋਮੀਟਰ ਦਾ ਸਫ਼ਰ ਬਣਦਾ ਹੈ। ਪਿੰਡ ਪੈਂਦਾ ਆ ਦਾਨਾਪੁਰ। ਦਾਨਾਪੁਰ ਦੇ ਵਿੱਚ ਇੱਕ ਮਾਈ ਹੈ, ਤੇ ਜਦੋਂ ਗੋਬਿੰਦ ਰਾਏ ਸੱਚੇ ਪਾਤਸ਼ਾਹ ਸੰਗਤਾਂ ਦੇ ਨਾਲ ਦਾਨਾਪੁਰ ਵਿੱਚ ਗਏ ਨਾ, ਤੇ ਉਹ ਮਾਈ ਦੇ ਘਰੇ ਜਾਣ ਲੱਗੇ। ਸਤਿਗੁਰੂ ਗੁਰੂ ਪਾਤਸ਼ਾਹ ਜੀ ਪਹਿਲਾਂ ਆਪ ਗਏ। ਹੁਣ ਮਾਈ ਦੇ ਮਨ ਦੇ ਅੰਦਰ ਨਾ ਇੰਨੀ ਕੁ ਚਾਹਤ ਸੀ, ਇੰਨਾ ਕੁ ਪਿਆਰ ਸੀ। ਇਤਿਹਾਸਕਾਰ ਲਿਖਦੇ ਨੇ ਕਿ ਇੰਨਾ ਕੁ ਸਾਧ ਸੰਗਤ ਜੀ ਅੱਖਾਂ ਦੇ ਵਿੱਚੋਂ ਬੈਰਾਗ ਆਇਆ, ਉਸ ਪਾਣੀ ਦੇ ਕਾਰਨ, ਬੈਰਾਗ ਦੇ ਕਾਰਨ ਮਾਈ ਦੀ ਜਿਹੜੀ ਅੱਖਾਂ ਦੀ ਜੋਤ ਸੀ ਨਾ, ਉਹ ਵੀ ਮੱਧਮ ਪੈ ਗਈ ਸੀ। ਇਹ ਗੱਲ ਸਾਧ ਸੰਗਤ ਜੀ ਕੋਈ ਅਤ ਕਥਨੀ ਨਹੀਂ ਹੈ। ਅਜੇ ਕਿਸੇ ਦਾ ਬੱਚਾ ਵਿਛੜ ਜਾਵੇ ਨਾ, ਜਦੋਂ ਵਿਛੋੜਾ ਪੈ ਜਾਂਦਾ ਹੈ, ਤੇ ਉਸ ਮਾਈ ਨੂੰ, ਉਸ ਭੈਣ ਨੂੰ ਪੁੱਛ ਕੇ ਦੇਖੋ, ਰੋ ਰੋ ਕੇ ਕਈ ਵਾਰੀ ਅੱਖਾਂ ਦੀ ਜੋਤ ਹੀ ਚਲੇ ਜਾਂਦੀ ਹੈ। ਮਾਈ ਦੀ ਜੋਤ ਪੈ ਗਈ ਮੱਧਮ। ਤੇ ਗੋਬਿੰਦ ਰਾਏ ਸੱਚੇ ਪਾਤਸ਼ਾਹ ਜਦੋਂ ਕੋਲ ਗਏ ਨਾ, ਤੇ ਕੋਲ ਜਾ ਕੇ ਸਾਧ ਸੰਗਤ ਜੀ ਉਸ ਮਾਈ ਨੂੰ ਜਦੋਂ ਆਵਾਜ਼ ਮਾਰੀ ਤੇ ਆਖਣ ਲੱਗੇ, ਮਾਂ ਤੂੰ ਰੋਜ਼ ਯਾਦ ਕਰਦੀ ਸੀ, ਅੱਜ ਮੈਂ ਤੇਰੇ ਕੋਲ ਆ ਗਿਆ। ਤੇ ਜਦੋਂ ਮਾਈ ਆਖਦੀ ਕਿ ਕੌਣ ਹੈ, ਤੇ ਉਸ ਵਕਤ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ ਕਿ ਮੈਂ ਗੋਬਿੰਦ ਰਾਏ ਹਾਂ। ਤੇ ਜਦੋਂ ਕੋਲ ਗਏ ਨਾ, ਮਾਤਾ ਜੀ ਨੇ ਦੇਖਿਆ, ਦਰਸ਼ਨ ਕੀਤੇ, ਨਿਹਾਲ ਹੋਈ, ਤੇ ਹੁਣ ਮਨ ਦੇ ਅੰਦਰ ਇੱਕ ਇੱਛਾ ਪ੍ਰਗਟ ਹੋਈ ਕਿ ਜੇ ਤੁਸੀਂ ਮੇਰੇ ਕੋਲ ਆਏ ਹੋ ਨਾ, ਕੁਝ ਸਮਾਂ ਮੇਰੇ ਕੋਲ ਬੈਠੋ, ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦੀ, ਤੇ ਨਾਲ ਨਾਲ ਮੈਂ ਤੁਹਾਨੂੰ ਕੁਝ ਛਕਾ ਦਿਆਂ। ਤੇ ਉਸ ਮਾਤਾ ਨੇ ਸਾਧ ਸੰਗਤ ਇੱਕ ਖਿਚੜੀ ਤਿਆਰ ਕੀਤੀ, ਤੇ ਉਸ ਵਕਤ ਪਾਤਸ਼ਾਹ ਦੇ ਅੱਗੇ ਜਦੋਂ ਰੱਖਣ ਲੱਗੀ ਨਾ, ਹਜੇ ਹੱਥ ਹੀ ਪਾਏ ਸੀ ਭਾਂਡੇ ਨੂੰ, ਕੀ ਦੇਖਿਆ ਕਿ ਗੋਬਿੰਦ ਰਾਏ ਸੱਚੇ ਪਾਤਸ਼ਾਹ, ਉਹਨਾਂ ਦੇ ਮਗਰ ਸੰਗਤ ਵੀ ਅੰਦਰ ਆ ਗਈ। ਸੰਗਤ ਵੀ ਜਦੋਂ ਅੰਦਰ ਆਈ ਨਾ, ਹੁਣ ਭਾਂਡੇ ਨੂੰ ਹੱਥ ਪਾਏ ਨੂੰ ਸਾਧ ਸੰਗਤ ਜੀ ਉਹਨੇ ਭਾਂਡਾ ਪਿੱਛੇ ਨੂੰ ਕਰ ਲਿਆ। ਜਦੋਂ ਭਾਂਡਾ ਪਿੱਛੇ ਲੁਕੋ ਲਿਆ ਨਾ, ਇੱਕ ਬੇਨਤੀ ਕਰਾਂ ਸਾਧ ਸੰਗਤ ਜੀ, ਜੇ ਬੰਦਾ ਕੋਈ ਗਰੀਬੀ ਦੇ ਵਿੱਚ ਹੋਵੇ ਨਾ, ਕਿਸੇ ਘਰ ਦੇ ਵਿੱਚ ਹਿਸਾਬ ਕਿਤਾਬ ਦਾ ਪਕਵਾਨ ਹੋਵੇ, ਉਹਨੂੰ ਆਪਣੀ ਇੱਜ਼ਤ ਦੀ ਇੰਨੀ ਫਰਕ ਨਹੀਂ ਹੁੰਦੀ। ਤੁਸੀਂ ਦੇਖਿਓ ਅੱਜ ਵੀ ਬੜੇ ਘਰ ਇਹੋ ਜਿਹੇ ਸਾਧ ਸੰਗਤ ਜੀ ਮਿਲ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਮਹਾਰਾਜ ਆਖਦੇ ਨੇ, ਜੋ ਨਿਰਧਨ ਸਰ ਧਨ ਕਹਿ ਜਾਏ, ਅੱਗੇ ਬੈਠਾ ਪੀਠ ਫਰਾਏ। ਜੇ ਕੋਈ ਗਰੀਬ ਬੰਦਾ ਕਿਸੇ ਅਮੀਰ ਦੇ ਘਰੇ ਚਲੇ ਜਾਵੇ ਨਾ, ਇਹ ਗੁਰਬਾਣੀ ਦਾ ਸੱਚ ਹੈ। ਜੇ ਕੋਈ ਬੰਦਾ ਗਰੀਬ ਕਿਸੇ ਅਮੀਰ ਦੇ ਘਰੇ ਚਲ ਜਾਵੇ ਲੋੜ ਦੀ ਖਾਤਰ, ਕਈ ਲੋਕ ਇਹੋ ਜਿਹੇ ਨੇ ਪਹਿਲਾਂ ਹੀ ਆਖ ਦਿੰਦੇ ਆਪਣੀ ਘਰਵਾਲੀ ਨੂੰ, ਉਹ ਆਉਣ ਲੱਗੇ ਆ ਪਹਿਲਾਂ ਹੀ ਦੱਸਦੇ ਵੀ ਮੈਂ ਘਰੇ ਹੈ ਨਹੀਂ ਹੈ, ਅੱਗੇ ਬੈਠਾ ਪੀਠ ਫਰਾਏ। ਤੇ ਜੇ ਸਾਧ ਸੰਗਤ ਜੀ, ਜੋ ਸਰ ਤਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ। ਤੇ ਜੇ ਕੋਈ ਸਾਧ ਸੰਗਤ ਜੀ ਕੋਈ ਪੈਸੇ ਵਾਲਾ ਕਿਸੇ ਗਰੀਬ ਦੇ ਬੂਹੇ ਮੁਹਰੇ ਵੀ ਜਾ ਖੜ ਜਾਵੇ ਨਾ, ਤੇ ਉਹ ਜਦ ਹੀ ਆਖਦਾ, ਆ ਜਾਓ ਜੀ ਬੈਠੋ, ਤੁਹਾਨੂੰ ਚਾਹ ਪਾਣੀ ਛਕਾਈਏ। ਹੁਣ ਇਸ ਮਾਈ ਨੇ ਆਪਣੀ ਇੱਜ਼ਤ ਦੀ ਪਰਵਾਹ ਨਹੀਂ ਹੈ। ਹੁਣ ਮਾਈ ਇਹ ਗੱਲ ਸੋਚਦੀ ਹੈ ਕਿ ਜੇ ਮੈਂ ਇਹ ਖਿਚੜੀ ਵਾਲਾ ਭਾਂਡਾ ਅੱਗੇ ਕਰ ਦਿੱਤਾ, ਇਹ ਸੱਚੇ ਪਾਤਸ਼ਾਹ ਮੈਂ ਗਰੀਬ ਬਹੁਤ ਹਾਂ, ਮੇਰੇ ਅੰਦਰ ਸਮਰੱਥਾ ਨਹੀਂ ਹੈ, ਮੇਰੇ ਘਰ ਦੇ ਵਿੱਚ ਭੋਜਨ ਇੰਨਾ ਕੁ ਹੈ, ਮੈਂ ਗਰੀਬ ਬਹੁਤ ਹਾਂ। ਇਹ ਮਾਲਕ ਜੀ, ਜੇ ਮੈਂ ਭਾਂਡਾ ਤੇਰੇ ਅੱਗੇ ਰੱਖ ਦਿੱਤਾ ਤੇ ਹੋ ਸਕਦਾ ਮੇਰੇ ਕਾਰਨ ਤੁਹਾਡੀ ਕਿਤੇ ਤੋਹੀਨ ਨਾ ਹੋ ਜਾਵੇ ਕਿ ਗੋਬਿੰਦ ਰਾਏ ਇੱਕ ਗਰੀਬ ਦੇ ਘਰੇ ਆਇਆ ਵਾ।
ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਪੁੱਤਰ ਇੱਕ ਗਰੀਬ ਦੇ ਘਰੇ ਆ ਕੇ, ਇੱਕ ਮਾਈ ਦੇ ਕੋਲ ਆ ਕੇ ਬੈਠਾ ਹੈ, ਜਿਹਦੇ ਕੋਲ ਸੰਗਤ ਨੂੰ ਛਕਾਉਣ ਵਾਸਤੇ ਨਾ ਪ੍ਰਸ਼ਾਦਾ ਹੈ, ਜਿਹਦੇ ਕੋਲ ਸੰਗਤ ਨੂੰ ਛਕਾਉਣ ਵਾਸਤੇ ਨਾ ਖਿਚੜੀ ਹੈ। ਇਹੋ ਜਿਹੇ ਗਰੀਬ ਦੇ ਕੋਲ ਆ ਕੇ ਬੈਠਾ। ਜਦੋਂ ਭਾਂਡਾ ਪਿੱਛੇ ਨੂੰ ਖਿੱਚਿਆ ਨਾ ਤੇ ਗੋਬਿੰਦ ਰਾਏ ਆਖਣ ਲੱਗੇ, ਮਾਂ ਕੀ ਹੋਇਆ? ਤੇ ਦੱਸਿਆ ਕੁਝ ਨਹੀਂ ਗਿਆ। ਤੇ ਗੋਬਿੰਦ ਰਾਏ ਸੱਚੇ ਪਾਤਸ਼ਾਹ ਆਪ ਉੱਠੇ, ਮਾਤਾ ਦੇ ਕੋਲੋਂ ਭਾਂਡਾ ਫੜਿਆ ਤੇ ਆਖਣ ਲੱਗੇ, ਮਾਂ ਆ ਖਿਚੜੀ ਬਣਾਈ ਹੈ? ਤੇ ਆਖਣ ਲੱਗੇ, ਹਾਂ ਮੈਂ ਖਿਚੜੀ ਬਣਾਈ। ਫਿਰ ਆਖਣ ਲੱਗੇ, ਇਹ ਦਿੰਦੇ ਕਿਉਂ ਨਹੀਂ ਹੈ? ਸਤਿਗੁਰੂ ਜੀ ਤੁਹਾਡੇ ਨਾਲ ਸੰਗਤ ਬਹੁਤ ਆਈ ਹੈ, ਤੁਹਾਡੇ ਨਾਲ ਸੰਗਤ ਬਹੁਤ ਆਈ ਹੈ, ਮੇਰੇ ਅੰਦਰ ਸਮਰੱਥਾ ਨਹੀਂ ਹੈ ਮੈਂ ਸੰਗਤ ਨੂੰ ਛਕਾ ਸਕਾਂ, ਮੇਰੇ ਕੋਲ ਥੋੜਾ ਜਿਹਾ ਹੈ। ਇਤਿਹਾਸਕਾਰ ਲਿਖਦੇ ਨੇ, ਗੋਬਿੰਦ ਰਾਏ ਸੱਚੇ ਪਾਤਸ਼ਾਹ ਨੇ ਆਪ ਉਹ ਭਾਂਡਾ ਫੜਿਆ, ਆਪ ਭਾਂਡਾ ਫੜ ਕੇ ਮਾਂ ਨੂੰ ਆਖਿਆ, ਮਾਂ ਤੂੰ ਬੈਠ, ਅੱਜ ਮੈਂ ਸੰਗਤ ਦੀ ਸੇਵਾ ਆਪ ਕਰਾਂਗਾ। ਗੋਬਿੰਦ ਰਾਏ ਸੱਚੇ ਪਾਤਸ਼ਾਹ ਨੇ ਆਪ ਭਾਂਡਾ ਫੜ ਕੇ ਸਾਰੀ ਸੰਗਤ ਨੂੰ ਖਿਚੜੀ ਛਕਾਈ। ਤੇ ਉਹ ਖਿਚੜੀ ਥੋੜੀ ਸੀ, ਉਹਦੇ ਅੰਦਰ ਇਹੋ ਜਿਹੀ ਬਰਕਤ ਪੈ ਗਈ, ਇਹੋ ਜਿਹੀ ਸਾਧ ਸੰਗਤ ਜੀ, ਪਰਮਾਤਮਾ ਨੇ ਮਿਹਰ ਦੀ ਨਜ਼ਰ ਕੀਤੀ। ਅੱਜ ਤੱਕ ਵੀ ਉੱਥੇ ਉਹ ਲੰਗਰ ਚੱਲਦਾ, ਕਦੇ ਖਤਮ ਨਹੀਂ ਹੁੰਦਾ। ਜੇ ਤੁਸੀਂ ਗਏ ਆ ਕਿਤੇ, ਇਹ ਸਤਿਗੁਰੂ ਗੁਰੂ ਪਾਤਸ਼ਾਹ ਦੇ ਦਰ ਦੀ ਬਰਕਤ ਹੈ। ਤੇ ਇੱਕ ਬੇਨਤੀ ਹੋਰ ਕਰਾਂ, ਨਾਲੇ ਸਾਧ ਸੰਗਤ ਜੀ, ਪਖੰਡਵਾਦ ਵੀ ਸਾਡੇ ਚੱਲਦਾ ਦੁਨੀਆ ਦੇ ਵਿੱਚ ਅੱਜ, ਕਿਉਂਕਿ ਮੇਰਾ ਕੰਮ ਬੋਲਣਾ ਸੱਚ ਹੈ, ਸੱਚ ਦੇ ਉਪਾਸ਼ਕ ਸੱਚ ਬੋਲਾਂਗੇ। ਸਾਧ ਸੰਗਤ ਜੀ, ਅੱਜ ਵੀ ਬੜੇ ਇਹੋ ਜਿਹੇ ਤੁਹਾਨੂੰ ਲੋਕ ਮਿਲਦੇ ਆ ਜਿਹੜੇ ਆਖਦੇ ਨੇ, ਸਾਡੇ ਬਾਬਾ ਜੀ ਨੇ ਅਰਦਾਸ ਕੀਤੀ, ਸਾਡੇ ਬਾਬਾ ਜੀ ਨੇ ਅਰਦਾਸ ਕੀਤੀ, ਇੱਕੋ ਟੋਕਰੇ ਦੇ ਵਿੱਚ 4 ਟਰੱਕ ਲੰਗਰ ਦੇ ਛਕ ਗਏ। ਸੰਗਤ 4 ਟਰੱਕ ਆਈ, ਉਹ ਛਕ ਕੇ ਚਲੇ ਗਈ। ਅੱਛਾ ਗੁਰਮੁਖ ਪਿਆਰਿਓ, ਤੁਸੀਂ ਆਪ ਦੱਸੋ, ਕਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਅਰਦਾਸ ਨਹੀਂ ਕਰਨੀ ਆਉਂਦੀ ਸੀ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਅਰਦਾਸ ਨਹੀਂ ਕਰਨੀ ਆਉਂਦੀ ਸੀ? ਅੱਜ ਜਿਹੜੇ ਬਾਬੇ ਅਰਦਾਸਾਂ ਕਰਦੇ ਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਆਨੰਦਪੁਰ ਦਾ ਘੇਰਾ ਪਿਆ, 4 ਬੱਚੇ ਚਾਰੇ ਭੁੱਖੇ ਆ, ਮਾਂ ਭੁੱਖੀ ਹੈ, ਸਿੱਖ ਭੁੱਖ ਦੇ ਕਾਰਨ ਉੱਥੇ ਸ਼ਹੀਦ ਹੁੰਦੇ ਪਏ ਆ। ਸਿੱਖ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਮਣੇ ਖੜ ਕੇ ਲੱਕੜਾਂ ਦੇ, ਵਾਹਿਗੁਰੂ ਜੀ, ਦਰਖਤਾਂ ਦੇ ਛਿੱਲੜ ਛਿੱਲ ਕੇ ਉਹ ਉਬਾਲ ਕੇ ਪੀਣੇ ਪੈ ਗਏ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲੋਂ ਅਰਦਾਸ ਨਹੀਂ ਹੋਈ ਕਿ ਇੱਕ ਟੋਕਰੇ ਦੇ ਵਿੱਚੋਂ ਮੇਰੇ ਸਾਰੇ ਸਿੱਖ ਛਕ ਲੈਣ। ਸਾਧ ਸੰਗਤ ਜੀ, ਥੋੜਾ ਜਿਹਾ ਧਿਆਨ ਨਾਲ ਸੁਣਿਓ। ਮੈਂ ਜਿਹੜੀ ਬੇਨਤੀ ਕਰਨ ਲੱਗਿਆ, ਅੱਜ ਲੋਕ ਨਾ ਸਾਨੂੰ ਪਖੰਡਵਾਦ ਵਿੱਚ ਪਾ ਕੇ ਆਪਣੇ ਮਗਰ ਲਾ ਕੇ ਗੁਰਬਾਣੀ ਤੋਂ ਤੋੜਦੇ ਪਏ ਨੇ। ਤੇ ਇੱਕ ਬੇਨਤੀ ਹੋਰ ਕਰਾਂ, ਐਨੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਚਰਨਾਂ ਦੇ ਵਿੱਚ ਨਹੀਂ ਬੈਠਦੇ ਜਿੰਨਾ ਸਾਧ ਦੇ ਗੋਡਿਆਂ ਦੇ ਵਿੱਚ ਜਾ ਕੇ ਬੈਠਦੇ ਆ। ਸਾਰੇ ਲੋਕ ਬਾਹਰ ਬਾਬਾ ਜੀ ਆ ਬੈਠੇ ਹੋਣ ਨਾ, ਸਾਰੇ ਲੋਕ ਉੱਥੇ ਜਾ ਕੇ ਬੈਠ ਜਾਣਗੇ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਕੱਲੇ ਰਹਿੰਦੇ ਆ। ਕਦੇ ਕਿਸੇ ਨੇ ਕਦੇ ਬੈਠਣ ਦਾ ਯਤਨ ਕੀਤਾ? ਕਦੇ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਕੋਲ? ਇੱਥੋਂ ਕੀ ਹੈ, ਸਾਡੀ ਨਿਗਾਹ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੀਵੇਂ ਹੈ ਤੇ ਸਾਧ ਸਾਡੀ ਨਿਗਾਹ ਦੇ ਵਿੱਚ ਉੱਚਾ ਹੈ। ਤੇ ਆਪਾਂ ਇਹ ਗੁਰੂ ਗ੍ਰੰਥ ਸਾਹਿਬ ਨੂੰ ਇੱਜ਼ਤ ਦਿੰਦੇ ਆ ਕਿ ਨਰਾਦਰੀ ਕਰਦੇ ਆ? ਸਾਧ ਸੰਗਤ ਜੀ, ਇਸ ਕਰਕੇ ਮਹਾਰਾਜ ਕਹਿੰਦੇ, ਜੇ ਤੂੰ ਪੜ੍ਹਦਾ ਸੁਣਦਾ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੜ੍ਹ ਕੇ ਅੰਦਰ ਇਹ ਗਿਆਨ ਲੈ ਕੇ ਆ ਸਾਡੇ ਦਿਮਾਗ ਦੇ ਵਿੱਚ। ਮਹਾਰਾਜ ਕਹਿੰਦੇ ਗਿਆਨ ਹੋਣਾ ਚਾਹੀਦਾ, ਸੋਝੀ ਹੋਣੀ ਚਾਹੀਦੀ ਹੈ, ਫਿਰ ਸਤਿਗੁਰੂ ਗੁਰੂ ਪਾਤਸ਼ਾਹ ਦੀ ਬਾਣੀ ਸਮਝ ਆਉਂਦੀ ਹੈ। ਸਾਧ ਸੰਗਤ ਜੀ, ਚਲੋ ਉੱਥੋਂ ਸਤਿਗੁਰੂ ਪਾਤਸ਼ਾਹ ਜੀ ਨੇ ਅਗਾਂਹ ਸਫ਼ਰ ਕੀਤਾ ਤੇ ਧੰਨ ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਧਰਤੀ ਦੇ ਵਿੱਚ ਆਏ ਤੇ ਇੱਕ ਬਚਨ ਕੀਤਾ। ਮਹਾਰਾਜ ਆਖਣ ਲੱਗੇ, ਮਦਰ ਦੇਸ਼ ਹਮਕੋ ਲੈ ਆਏ, ਭਾਂਤ ਭਾਂਤ ਦਈਨ ਦੁਰਾਏ, ਕਿੰਨੀ ਅਨਕ ਭਾਂਤ ਰਸ਼ਾ ਦਿਨੀ, ਭਾਂਤ ਭਾਂਤ ਕੇ ਸ਼ਿਸ਼ਾ, ਜਬ ਹਮ ਕਰਮ ਧਰਮ ਮੋ ਆਏ, ਦੇਵ ਲੋਕ ਤਬ ਪਿਤਾ ਸਦਾਏ। ਜਿਸ ਵਕਤ ਮਹਾਰਾਜ ਕਹਿੰਦੇ ਹਜੇ ਉਮਰ 9 ਸਾਲ ਦੀ ਹੋਈ ਸੀ, ਉਸੇ ਵਕਤ ਧਰਮ ਦੀ ਖਾਤਰ ਮੈਨੂੰ ਪਿਤਾ ਕੁਰਬਾਨ ਕਰਨੇ ਪੈ ਗਿਆ। ਕੋਈ ਹੈ ਸਾਧ ਸੰਗਤ ਜੀ? ਮੈਂ ਫਿਰ ਬੇਨਤੀ ਕਰ ਲੱਗਿਆ, ਦੇਖੋ ਪ੍ਰਕਾਸ਼ ਪੁਰਬ ਮਨਾਉਂਦੇ ਨੂੰ ਸਾਨੂੰ ਲੰਮਾ ਸਮਾਂ ਹੋ ਗਿਆ, ਪਤਾ ਨਹੀਂ ਕਿੰਨੇ ਕੁ ਸਾਲ ਹੋ ਗਏ ਪ੍ਰਕਾਸ਼ ਪੁਰਬ ਮਨਾਉਂਦੇ ਨੂੰ। ਤੇ ਜੇ ਆਪਾਂ ਕਿਸੇ ਨੂੰ ਕਹਿ ਦਿੰਦੇ, ਗ੍ਰੰਥੀ ਸਿੰਘ ਕਹਿਦਾ ਵੀ ਭਾਈ ਆਹ ਦਿਨ ਦਾ ਸਾਡੇ ਕੋਲ ਟਾਈਮ ਨਹੀਂ ਹੈ, ਅੱਗੇ ਕਰ ਲਓ, ਤੇ ਆਪਾਂ ਵੀ ਇਹੋ ਜਿਹੇ ਢੀਠ ਹੈ, ਕਹਿੰਦੇ ਨਹੀਂ, ਜਿਸ ਦਿਨ ਹੈਗਾ ਉਸੇ ਦਿਨ ਕਰਨਾ ਹੈ, ਜਿਸ ਦਿਨ ਹੈਗਾ ਉਸੇ ਦਿਨ ਕਰਨਾ। ਗ੍ਰੰਥੀ ਨੂੰ ਪਾਠ ਕਰਨੇ ਆਂਦਾ ਨਹੀਂ ਆਂਦਾ ਕੋਈ ਮਤਲਬ ਨਹੀਂ ਹੈ, ਬਸ ਲੋਕਾਂ ਦੇ ਵਿੱਚ ਸਾਡਾ ਨੱਕ ਨਾ ਕੱਟ ਹੋ ਜਾਵੇ। ਤੇ ਸਾਧ ਸੰਗਤ ਜੀ, ਲੋੜ ਹੈ ਗ੍ਰੰਥੀ ਸਿੰਘ ਵਧੀਆ ਹੋਵੇ,
जे 2-4 दिन अखंड पाठ अगे पिछे हो गया फर्क नहीं पैना कोई, क्योंकि ਜਿਹੜਾ ਆਪਾਂ अखंड पाठ ਜਿਹੜਾ गुरु ਘਰਾਂ ਵਿੱਚ अखंड पाठ ਹੁੰਦਾ ना, ਉਹ ਇੱਕ घर ਦੇ ਵਿੱਚੋਂ ਪੈਸਾ ਆਪਾਂ ਇਕੱਠੇ ਕਰ ਕਰਾਉਂਦੇ ਆ, ਉਹਦੇ ਵਿੱਚ ਗਰੀਬ ਦੇ ਪੈਸੇ ਵੀ ਹੈ, ਉਹਦੇ ਵਿੱਚ ਸਾਧ ਸੰਗਤ ਜੀ ਮਜ਼ਦੂਰ ਦੇ ਪੈਸੇ ਹੈ। ਜੇ ਆਪਾਂ ਉਹਨਾਂ ਪੈਸਿਆਂ ਨੂੰ ਚੁੱਕ ਕੇ ਇਕੱਠੇ ਕਰਕੇ ਤੇ ਮਿੱਟੀ ਦੇ ਮਾਧੋ ਲਿਆ ਕੇ ਸਾਧ ਸੰਗਤ ਜੀ ਜਿਨ੍ਹਾਂ ਨੂੰ ਕਦੇ ਪਾਠ ਨਹੀਂ ਕਰਨਾ, ਜੇ ਉਹਨਾਂ ਨੂੰ ਆ ਕੇ ਪਾਠ ਕਰਾਵਾਂਗੇ ਉਹ ਸਾਡੇ ਵਾਸਤੇ ਜਾਇਜ਼ ਹੋਵੇਗਾ। मैं फिर बेनती करा, जे 2-4 दिन अगे पिछे होंदे कर लेने चाहिए, सियाणप ही यही है। 2-4 दिन अगे पिछे नहीं ग्रंथी सिंह वधिया मिलते, चला शुक्र है थोड़े ग्रंथी सिंह वधिया, नहीं तो साध संगत जी मैं अपनी अखां दे नाल इन्ना कुछ देखा वा, हैरानगी हुंदी है सानूं। ये हुंदा तां है क्योंकि आपां साध संगत जी नक नहीं थल्ले करना चाहते, तो इसे करके साडे घरां दे विच भी अज यही कुछ हो रहा। खैर, सतगुरु गुरु पातशाह जी ने धर्म की खातर ना अपने पिता नूं वार दिता, धर्म की खातर। ते अज साध संगत जी साडे विच एक जदों ना गुरु तेग बहादुर सच्चे पातशाह शहीदी हुंदी है, तो तुसीं देखियो किन्ने लोग साध संगत जी प्रचारक इहो जिहे है जिहड़े आखदे ने कि गुरु तेग बहादुर सच्चे पातशाह ने हिंदुआं की खातर अपना बलिदान दे दिता। मैनूं खिमा करो साध संगत जी, उस वक्त खतरा हिंदू धर्म नूं सी, तां सतगुरु गुरु पातशाह जी ने अपना बलिदान दिता। ये हिंदुआं की खातर नहीं है, ये जुल्म की खातर साध संगत जी धर्म नूं अगे लैके आउण वास्ते, जुल्म नूं खत्म करन वास्ते गुरु घर दा साध संगत जी हर एक जिहड़ा सच्चा सिख है वो अपना बलिदान देण नूं तैयार है। ये सानू सतगुरु पातशाह ने सिखाया। देखो साडा साध संगत जी जिहड़ा साडा सिर है ना, धन गुरु तेग बहादुर सच्चे पातशाह दा सिर जुल्म दे विरुद्ध लग्या है। मुसलमान जुल्म करते सी हिंदुआं दे उपर, ते सतगुरु गुरु पातशाह आखण लगे जुल्म भावें हिंदू दे उपर होवे मुसलमान दे उपर होवे, पर आपां जुल्म नहीं सहन कर सकते। पै काहू को देत नह पह मानत आन, सतगुरु गुरु पातशाह जी आखण लगे ना किसी नूं डरांदे आ ते ना डरदे आ, भावें सानूं सीस देना पै जावे। ये धर्म की साध संगत जी ये परिभाषा है, धर्म की खातर सानूं अपना आप कुर्बान करने पैना है। तो जदों सतगुरु पातशाह जी ने धर्म साध संगत जी पिता जी गए, तो उस तो अगे गुरु की बाणी ने बचन किया। धन गुरु गोबिंद सिंह सच्चे पातशाह आखण लगे देश चाल हम ते पुन वही, शहर पावटे की सुध लई, कलंदरी तट करे बिलासा, अनक भांत के देख तमाशा। जे तुसी किते पढ़े हो मारे कहंदे उस तो बाद समा इहो जिहा बनिया कि सानू पौंटा साहिब की धरती के उपर आने पै गया। पौंटा साहिब धरती के उपर सतगुरु गुरु पातशाह जी ने एक पहला युद्ध किया, जिस युद्ध में साध संगत जी हलवाई, जिस युद्ध में साई, जिस युद्ध विच फकीर साध संगत जी शामिल हुए, तो युद्ध जितया गया। तो इत्थे ही पौंटा साहिब की धरती के उपर साध संगत जी कवि दीवान लगन लगे, कवि आन लगे। तो हुण थोड़ा जिहा मैं आ बेनती करके समाप्ति कर लग्या, समा मेरा 10 मिनट ही है। मैं फिर बेनती करा, गुरु ग्रंथ साहिब सच्चे पातशाह जुगो जुग अटल है। तो यह गुरु ग्रंथ साहिब वो गुरु है जिन्होंने धन गुरु गोबिंद सिंह सच्चे पातशाह ने अपना सीस नवा दिता सी। अपना सीस गुरु ग्रंथ साहिब सच्चे पातशाह नूं नवाया सी। इहदा मतलब कि गुरु गोबिंद सिंह सच्चे पातशाह सानूं दसदे ने जिहदा सीस गुरु गोबिंद सिंह सच्चे पातशाह का सीस जदों गुरु ग्रंथ साहिब दे अगे निभ जावे तो गुरु ग्रंथ साहिब सच्चे पातशाह महान गुरु है, तो साडा सीस अज झुकण नूं तैयार नहीं है। साध संगत जी सतगुरु गुरु पातशाह जी ने एक कवि दीवान इत्थे कवि लोग आए, तो एक दिन पातशाह ने दीवान दे विच गल कीती। मैं फिर बेनती कर लग्या साध संगत जी, इत्थे जे अहंकार करके आवांगे ना वो कदर नहीं पैनी साडी गुरु घर दे विच, गुरु की निगाह दे विच कदर नहीं है। पातशाह जी ने एक गल आखी कि अज सारे कवि इकट्ठे हुए है, ते कवि अपनी कलम दे नाल कविता लिखण, कविता लिख के वो जिन्नी छेती मैनूं सुणाणगे आपां उन्होंने उन्ना वध इनाम देवांगे। ते उस वक्त
ਕਈ ਕਵੀਆਂ ਨੇ ਇਹ ਗੱਲ ਆਖੀ ਸੱਚੇ ਪਾਤਸ਼ਾਹ ਜਦੋਂ ਲਿਖਣ ਲੱਗਦੇ ਆ ਨਾ, ਜਦੋਂ ਕਲਮ ਚੱਲਦੀ ਹੈ, ਆਹ ਕੋਲ ਜਮਨਾ ਚੱਲਦੀ ਹੈ, ਇਹ ਜਮਨਾ ਦੇ ਪਾਣੀ ਦੀ ਆਵਾਜ਼ ਬਹੁਤ ਹੈ, ਸਾਡਾ ਧਿਆਨ ਜਿਹੜਾ ਟਿਕਦਾ ਨਹੀਂ ਹੈ। ਤੇ ਸਤਿਗੁਰੂ ਗੁਰੂ ਪਾਤਸ਼ਾਹ ਨੇ ਉਸੇ ਵਕਤ ਸਾਧ ਸੰਗਤ ਜੀ ਇੱਕ ਬਚਨ ਆਖਿਆ ਸੀ, ਜਮਨਾ ਜਦੋਂ ਇੱਥੋਂ ਕੋਲੋਂ ਲੰਘਣਾ ਸ਼ਾਂਤ ਹੋ ਕੇ ਲੰਘੀ। ਤੇ ਅੱਜ ਵੀ ਸਾਧ ਸੰਗਤ ਜੀ ਤੁਸੀਂ ਜਾਇਓ, ਅੱਜ ਵੀ ਜਾ ਕੇ ਦੇਖਿਓ, ਜਦੋਂ ਇਹ ਜਮਨਾ ਦਾ ਪਾਣੀ ਪਾਉਂਟਾ ਸਾਹਿਬ ਦੀ ਧਰਤੀ ਦੇ ਨਾਲ ਆ ਕੇ ਟੱਚ ਹੁੰਦਾ ਨਾ, ਉਸੇ ਵਕਤ ਇਹਦੀ ਆਵਾਜ਼ ਬੰਦ ਹੋ ਜਾਂਦੀ ਹੈ, ਬਿਲਕੁਲ ਸ਼ਾਂਤ ਚਿੱਤ ਨਿਕਲਦੀ ਹੈ ਉੱਥੇ ਤੇ ਕਵੀਆਂ ਨੇ ਕਵਿਤਾਵਾਂ ਲਿਖੀਆਂ ਤੇ ਕਵਿਤਾਵਾਂ ਸੁਣਾਉਣ ਲੱਗੇ। ਤੇ ਜਦੋਂ ਕਵਿਤਾਵਾਂ ਸੁਣਾਈਆਂ ਨਾ, ਸਤਿਗੁਰੂ ਗੁਰੂ ਪਾਤਸ਼ਾਹ ਜੀ ਇੱਕ ਕਵੀ ਵੱਲ ਦੇਖਦੇ ਪਏ ਨੇ ਵਾਰ-ਵਾਰ, ਉਹਦਾ ਨਾਮ ਹੈ ਚੰਦਨ। ਚੰਦਨ ਕਵੀ ਵੱਲ ਸਤਿਗੁਰੂ ਜੀ ਦੇਖਦੇ ਪਏ ਨੇ। ਸਾਰੇ ਕਵੀ ਉੱਠੇ, ਉਹਨਾਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਤੇ ਜਦੋਂ ਸਮਾਂ ਲੰਘਦਾ ਗਿਆ ਤੇ ਪਾਤਸ਼ਾਹ ਜੀ ਚੰਦਨ ਨੂੰ ਆਖਣ ਲੱਗੇ, ਕਵੀ ਚੰਦਨ ਜੀ, ਅੱਜ ਤੁਹਾਨੂੰ ਕੋਈ ਕਵਿਤਾ ਨਹੀਂ ਫੁਰੀ, ਅੱਜ ਤੁਹਾਨੂੰ ਕੋਈ ਕਵਿਤਾ ਨਹੀਂ ਆਈ। ਤੇ ਉਸ ਵਕਤ ਸਾਧ ਸੰਗਤ ਜੀ ਚੰਦਨ ਦੇ ਮਨ ਦੇ ਵਿੱਚ ਨਾ ਇੱਕ ਅਹੰਕਾਰ ਆ ਗਿਆ ਤੇ ਪਾਤਸ਼ਾਹ ਨੂੰ ਆਖਣ ਲੱਗਿਆ, ਮਹਾਰਾਜ ਕਵਿਤਾ ਵੀ ਮੇਰੇ ਕੋਲ ਹੈ, ਮੈਂ ਲਿਖੀ ਵੀ ਹੋਣੀ ਹੀ ਹੈ, ਪਰ ਮੈਂ ਸੋਚਦਾ ਤੇਰੇ ਦਰਬਾਰ ਦੇ ਵਿੱਚ ਕੋਈ ਇਹੋ ਜਿਹਾ ਹੈ ਜਿਹੜੇ ਮੇਰੇ ਕਵਿਤਾ ਦੇ ਅਰਥ ਕਰ ਦੇਵੇਗਾ। ਇਹ ਸਾਧ ਸੰਗਤ ਜੀ ਅਹੰਕਾਰ ਬੋਲਣ ਲੱਗਿਆ ਹੁਣ ਚੰਦਨ ਦੇ ਵਿੱਚੋਂ। ਮੈਂ ਫਿਰ ਬੇਨਤੀ ਕਰਾਂ, ਜੇ ਪਰਮਾਤਮਾ ਨਾ ਪ੍ਰੇਮ ਕਰਦਾ ਹੈ, ਪਰਮਾਤਮਾ ਦੀ ਨਜ਼ਰ ਸਵੱਲੀ ਹੋ ਜਾਵੇ, ਸਾਧ ਸੰਗਤ ਜੀ ਇੱਥੇ ਤਾਂ ਗੂੰਗੇ ਬੋਲਣ ਲੱਗ ਪੈਂਦੇ ਆ। ਸੁਨੈ ਗੁੰਗ ਜੋ ਜਾਹੇ ਸੋ ਰਸਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ। ਸਤਿਗੁਰੂ ਗੁਰੂ ਪਾਤਸ਼ਾਹ ਆਖਦੇ, ਜਿਹਨੂੰ ਲੋਕ ਮੂਰਖ ਆਖਦੇ ਸਨ, ਜੇ ਪਰਮਾਤਮਾ ਕਿਰਪਾ ਕਰੇ ਉਹ ਵੀ ਸਾਧ ਸੰਗਤ ਜੀ ਵਿਦਵਾਨ ਬਣ ਜਾਂਦੇ ਆ। ਇਹ ਤਾਕਤ ਹੈ, ਇਹ ਅਜ਼ਮਤ ਹੈ ਗੁਰੂ ਘਰ ਦੀ। ਤੇ ਸਤਿਗੁਰੂ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ, ਚੰਦਨ ਜੀ ਆਪਣੀ ਕਵਿਤਾ ਦੇ ਬੋਲ ਤਾਂ ਸੁਣਾਓ, ਕਿਹੜੀ ਕਵਿਤਾ ਹੈ ਜਿਹਦੇ ਅਰਥ ਨਹੀਂ ਹੋ ਸਕਦੇ। ਉੱਠਿਆ, ਮਹਾਰਾਜ ਸੋਚ ਲਓ, ਹਜੇ ਵੀ ਵਕਤ ਹੈ, ਤੁਹਾਡੇ ਕਵੀਆਂ ਦੇ ਵਿੱਚ ਦਮ ਨਹੀਂ ਹੈ ਜਿਹੜੇ ਮੇਰੇ ਕਵਿਤਾ ਦੇ ਬੋਲ ਉਹਦੇ ਅਰਥ ਕਰ ਜਾਣ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਣ ਲੱਗੇ, ਕਵਿਤਾ ਸੁਣਾਈ ਜਾਵੇ। ਤੇ ਜਦੋਂ ਚੰਦਨ ਕਵੀ ਨੇ ਕਵਿਤਾ ਸੁਣਾਈ ਨਾ, ਉਹਦੇ ਬੋਲ ਸੀ, ਨਵਸਾਤ ਤੀਏ ਨਵਸਾਤ ਕੀਏ, ਨਵਸਾਤ ਪੀਏ ਨਵਸਾਤ ਪਿਆਏ, ਨਵਸਾਤ ਰਚੇ ਨਵਸਾਤ ਵਧੇ, ਨਵਸਾਤ ਪਿਆਦੇ ਦਾਇਕ ਪਾਏ, जीत कला नवसातन की नवसातन के मुख अंचर लाए, मानो में के मंडल में कवि चंदन चंद कले बरसाए। आ बोल सी उस कविता दी। ਜਦੋਂ ਚੰਦਨ ਕਵੀ ਨੇ ਇਹ ਬੋਲ ਬੋਲੇ ਨਾ, ਜਿਹੜੇ ਕੋਲ ਕਵੀ ਬੈਠੇ ਸੀ ਸਾਰੇ ਹੈਰਾਨ ਹੋ ਗਏ ਕਿ ਇਹੋ ਜਿਹੇ ਬੋਲ ਕੌਣ ਅਰਥ ਕਰੇਗਾ ਇਹਨਾਂ ਦੇ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਸੇਵਾਦਾਰ ਨੂੰ ਆਵਾਜ਼ ਮਾਰੀ ਤੇ ਆਖਿਆ ਕਿ ਬਾਹਰ ਭਾਈ ਧੰਨਾ ਸਾਡੇ ਘੋੜਿਆਂ ਦੀ ਸੇਵਾ ਕਰਦਾ ਆ, ਉਹ ਘਾਹ ਪਾਉਂਦਾ ਆ, ਥੋੜੀ ਜਿਹੀ ਇਕਾਗਰਤਾ ਦਿਓ। ਸਤ ਸੰਗਤ ਜੀ ਆ ਚੀਜ਼ ਜਰਾ ਪਾਤਸ਼ਾਹ ਦੇ ਜੀਵਨ ਨੂੰ ਸੁਣਿਓ ਧਿਆਨ ਦੇ ਨਾਲ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ ਕਿ ਬਾਹਰ ਸਾਡਾ ਇੱਕ ਸੇਵਾਦਾਰ ਹੈ ਜਿਹਦਾ ਨਾਮ ਹੈ ਧੰਨਾ, ਤੇ ਧੰਨਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਘੋੜਿਆਂ ਨੂੰ ਘਾਹ ਪਾਉਂਦਾ ਹੈ, ਘੋੜਿਆਂ ਦੀ ਸੇਵਾ ਕਰਦਾ ਹੈ। ਮਹਾਰਾਜ ਕਹਿੰਦੇ ਉਹਨੂੰ ਬੁਲਾ ਕੇ ਲੈ ਕੇ ਆਇਆ ਜਾਵੇ। ਤੇ ਜਦੋਂ ਧੰਨੇ ਨੂੰ ਜਾ ਕੇ ਬੁਲਾਇਆ ਗਿਆ ਤੇ ਭਾਈ ਧੰਨਾ ਜੀ ਅੰਦਰ ਆਏ, ਆ ਕੇ ਨਮਸਕਾਰ ਕੀਤੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ, ਧੰਨਾ ਜੀ ਆ ਚੰਦਨ ਨੇ ਇੱਕ ਕਵਿਤਾ ਉਚਾਰੀ ਹੈ ਤੇ ਇਹਦੇ ਅਰਥ ਤੁਸੀਂ ਕਰਨੇ ਹੈ। ਤੇ ਭਾਈ ਧੰਨਾ ਜੀ ਆਖਣ ਲੱਗੇ, ਸੱਚੇ ਪਾਤਸ਼ਾਹ ਮੈਂ ਘੋੜਿਆਂ ਨੂੰ ਘਾਹ ਪਾਉਣ ਵਾਲਾ, ਮੈਂ ਘੋੜਿਆਂ ਦੀ ਸੇਵਾ ਕਰਨ ਵਾਲਾ, ਮੈਂ ਕਵਿਤਾ ਦੇ ਅਰਥ ਕਰਾਂਗਾ? ਆ ਤੁਹਾਡੇ ਕੋਲ ਇੰਨੇ ਕਵੀ ਬੈਠੇ ਆ। ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਣ ਲੱਗੇ, ਇਹਨਾਂ ਕਵੀਆਂ ਦੇ ਕੋਲੋਂ ਨਹੀਂ, ਅਰਥ ਤੇਰੇ ਕੋਲੋਂ ਹੀ ਕਰਾਣੇ ਆ। ਤੇ ਉਸ ਵਕਤ ਭਾਈ ਧੰਨੇ ਨੇ ਗੱਲ ਆਖੀ, ਸੱਚੇ ਪਾਤਸ਼ਾਹ ਜੇ ਤੁਸੀਂ ਕਰਾਣੇ ਤਾਂ ਫਿਰ ਤੁਸੀਂ ਕਰਾ ਸਕਦੇ ਹੋ। ਤੇ ਭਾਈ ਧੰਨੇ ਨੇ ਸਤਿਗੁਰੂ ਪਾਤਸ਼ਾਹ ਨੂੰ ਨਮਸਕਾਰ ਕੀਤੀ ਤੇ ਚੰਦਨ ਨੂੰ ਆਖਿਆ ਕਿ ਚੰਦਨ ਜੀ ਤੁਸੀਂ ਉਹ ਬੋਲ ਬੋਲੋ। ਤੇ ਚੰਦਨ ਨੇ ਫਿਰ ਸਾਧ ਸੰਗਤ ਜੀ ਉਹ ਬੋਲ ਬੋਲੇ। ਆਖਣ ਲੱਗਿਆ, ਨਵਸਾਤ ਤੀਏ ਨਵਸਾਤ ਕੀਏ, ਨਵਸਾਤ ਪੀਏ ਨਵਸਾਤ ਪਿਆਏ, ਨਵਸਾਤ ਰਚੇ ਨਵਸਾਤ ਵਧੇ, ਨਵਸਾਤ ਪਿਆਦੇ ਦਾਇਕ ਪਾਏ। ਤੇ ਜਦੋਂ ਇਹ ਬੋਲ ਬੋਲੇ ਨਾ, ਸਾਰੀ ਕਵਿਤਾ ਪੜ੍ਹੀ ਗਈ। ਤੇ ਭਾਈ ਧੰਨਾ ਆਖਣ ਲੱਗਿਆ, ਸੱਚੇ ਪਾਤਸ਼ਾਹ ਆ ਜਿਹੜੇ ਚੰਦਨ ਕਵਿਤਾ ਰਚੀ ਹੈ, ਮਾਲਕ ਜੀ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਦਾ।
ਸਾਰੇ ਕਵੀ ਹੈਰਾਨ ਹੋ ਗਏ। ਧਰਮ ਦੇ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਤੇ ਭਾਈ ਧੰਨਾ ਅਰਥ ਕਰਨ ਲੱਗਿਆ, ਮਹਾਰਾਜ ਜੀ ਇਹ ਜਿਹੜੇ ਬੋਲ ਹੈ ਨਾ, ਨਵਸਾਤ 9 ਤੇ 7 16, ਨਵਸਾਤ ਤੀਏ, ਤੀਏ ਆਖਿਆ ਸਾਧ ਸੰਗਤ ਜੀ ਲੜਕੀ ਨੂੰ। ਮਹਾਰਾਜ ਕਹਿੰਦੇ ਨਵਸਾਤ ਤੀਏ, ਨਵਸਾਤ ਪੀਏ, ਨਵਸਾਤ ਪਿਆਏ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਣ ਲੱਗੇ, ਭਾਈ ਧੰਨੇ ਜਿਹੜੇ ਬੋਲ ਸੀ, ਧੰਨਾ ਆਖਣ ਲੱਗਿਆ ਕਿ ਜਿਹੜੇ ਇਹ ਬੋਲ ਹੈ ਨਾ ਮਹਾਰਾਜ, ਇਹ ਆਖਦਾ ਪਿਆ ਕਿ 16 ਸਾਲ ਦੀ ਲੜਕੀ ਸੀ, ਉਹਨੇ 16 ਸ਼ਿੰਗਾਰ ਕੀਤੇ, 16 ਸ਼ਿੰਗਾਰਾਂ ਤੋਂ ਬਾਅਦ 16 ਸਾਲ ਬਾਅਦ ਉਹਦਾ ਵਿਆਹ ਹੋਇਆ, 16 ਸਾਲ ਬਾਅਦ ਉਹਦਾ ਘਰ ਵਾਲਾ ਘਰੇ ਆਇਆ ਤੇ 16 ਉਹਨਾਂ ਨੇ ਬਾਜੀਆਂ ਖੇਲੀਆਂ, 16 ਵਾਰੀ ਉਹ ਲੜਕੀ ਹਾਰ ਗਈ। ਇਸ ਕਰਕੇ ਮਨ ਹੋ ਮੇਘ ਕੇ ਮੰਡਲ ਮੇ ਕਵੀ ਚੰਦਨ ਚੰਦ ਕਲੇਵਰ ਲਾਏ, ਤੇ ਉਸ ਬੱਚੀ ਨੇ ਆਪਣਾ ਮੂੰਹ ਇੱਕ ਪਰਦੇ ਨਾਲ ਢੱਕ ਲਿਆ, ਜਿਵੇਂ ਬੱਦਲਾਂ ਦੇ ਵਿੱਚੋਂ ਚੰਦ ਝਾਤੀ ਮਾਰਦਾ ਹੋਵੇ। ਆਹ ਮਹਾਰਾਜ ਅਰਥ ਹੈ ਇਹਦੇ। ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੇ ਜਦੋਂ ਚੰਦਨ ਨੇ ਇਹ ਅਰਥ ਸੁਣੇ ਬੜਾ ਹੈਰਾਨ ਹੋਇਆ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਘੋੜਿਆਂ ਨੂੰ ਘਾਹ ਪਾਉਣ ਵਾਲਾ, ਘੋੜਿਆਂ ਦੀ ਸੇਵਾ ਕਰਨ ਵਾਲਾ। ਇਹ ਮੈਂ ਬੇਨਤੀ ਤਾਂ ਕੀਤੀ ਹੈ ਸਾਧ ਸੰਗਤ ਜੀ, ਇਹ ਮੈਂ ਬੇਨਤੀ ਤਾਂ ਕੀਤੀ ਹੈ ਕਿ ਜੇ ਆਪਾਂ ਸੋਚੀਏ ਪਰਮਾਤਮਾ ਦੀ ਸੇਵਾ ਕਰਨ ਵਾਲਿਆਂ ਵਿੱਚ ਵੀ ਬਹੁਤ ਵੱਡੀ ਤਾਕਤ ਹੈ। ਜੇ ਤੁਸੀਂ ਸੇਵਾ ਕਰਦੇ ਆ ਨਾ, ਕਿਤੇ ਇੱਥੇ ਇਹ ਨਾ ਸੋਚੋ ਕੋਈ ਨਹੀਂ ਸਾਨੂੰ ਸੇਵਾ ਦਾ ਕੁਝ ਨਹੀਂ ਮਿਲਣਾ। ਜੇ ਤੁਸੀਂ ਸੇਵਾ ਵੀ ਕਰਦੇ ਹੋ ਪਰ ਸੇਵਾ ਤੁਹਾਡੀ ਸੱਚੀ ਹੋਵੇ, ਭਾਵਨਾ ਵਾਲੀ ਹੋਵੇ, ਗੁਰੂ ਕਿਰਪਾ ਕਰੇ ਤੁਹਾਡੀਆਂ ਝੋਲੀਆਂ ਸਾਧ ਸੰਗਤ ਜੀ ਜਿਹੜੀਆਂ ਤੁਸੀਂ ਕਦੇ ਚੀਜ਼ਾਂ ਸੋਚੀਆਂ ਵੀ ਨਹੀਂ, ਉਹਨਾਂ ਨਾਲ ਵੀ ਮਾਲਕ ਭਰ ਸਕਦਾ ਹੈ। ਤੇ ਉਸ ਵਕਤ ਜਦੋਂ ਚੰਦਨ ਨੇ ਇਹ ਬੋਲ ਸੁਣੇ ਨਾ, ਮਹਾਰਾਜ ਨੂੰ ਆਖਣ ਲੱਗੇ ਸੱਚੇ ਪਾਤਸ਼ਾਹ ਗਲਤੀ ਹੋ ਗਈ, ਮੈਂ ਮਾਣ ਕਰ ਬੈਠਿਆ ਸੀ। ਮਹਾਰਾਜ ਕਹਿੰਦੇ ਨਹੀਂ ਚੰਦਨ ਜੀ ਇਹ ਗੱਲ ਸਹੀ ਨਹੀਂ ਹੈ। ਵਿਦਵਾਨਾਂ ਦੀ ਗੱਲ ਹੋਵੇ, ਵਿਦਵਾਨਾਂ ਵਿੱਚ ਤਾਂ ਫਿਰ ਘੋੜਾ ਹੀ ਹੁੰਦਾ ਹੈ। ਤੇ ਹੁਣ ਭਾਈ ਧੰਨਾ ਇੱਕ ਕਵਿਤਾ ਉਚਾਰਨ ਕਰੇਗਾ, ਉਹਨਾਂ ਦੇ ਅਰਥ ਤੁਸੀਂ ਕਰਨੇ ਆ, ਉਹਨਾਂ ਦੇ ਅਰਥ ਤੁਸੀਂ ਕਰਨੇ ਆ। ਤੇ ਹੁਣ ਫਿਰ ਅੰਦਰ ਮਾਣ ਪੈਦਾ ਹੋ ਗਿਆ ਕਿ ਇਹਨੇ ਕਵਿਤਾ ਕੀ ਉਚਾਰਨੀ, ਘੋੜਿਆਂ ਨੂੰ ਘਾਹ ਪਾਉਣ ਵਾਲਾ ਆ, ਇਹ ਕੀ ਕਰ ਸਕਦਾ, ਕਿੱਦਾਂ ਦੇ ਬੋਲ ਹੋ ਸਕਦੇ ਆ। ਤੇ ਉਸ ਵਕਤ ਧੰਨਾ ਆਖਣ ਲੱਗੇ ਸੱਚੇ ਪਾਤਸ਼ਾਹ ਠੀਕ ਹੈ, ਧੰਨੇ ਨੂੰ ਕਹੋ ਕਿ ਇਹ ਬੋਲ ਜਿਹੜੇ ਬੋਲੇ। ਤੇ ਉਸ ਵਕਤ ਭਾਈ ਧੰਨੇ ਨੇ ਸਾਧ ਸੰਗਤ ਜਿਹੜੇ ਬੋਲ ਬੋਲੇ ਨਾ, ਉਹ ਆਖਣ ਲੱਗਿਆ ਨੀਨ ਮਰੇ ਜਲ ਕੇ ਪਰਸੇ ਕਬਹੂ ਨਾ ਮਰੇ ਅਗਨ ਮੈਂ ਪਾਏ, ਹਾਥੀ ਮਰੇ ਮਦ ਕੇ ਪਰਸੇ ਕਬਹੂ ਨਾ ਮਰੇ ਤਨ ਤਾਪਨ ਤਾਏ, ਤੀ ਮਰੇ ਜੀ ਕੇ ਪਰਸੇ ਕਬਹੂ ਨਾ ਮਰੇ ਪਰਦੇਸ ਸਧਾਏ। ਤੇ ਉਸ ਵਕਤ ਸਾਧ ਸੰਗਤ ਜੀ ਭਾਈ ਧੰਨੇ ਨੇ ਜਦੋਂ ਇਹ ਬੋਲ ਬੋਲੇ ਨਾ, ਤੇ ਅਖੀਰ ਵਿੱਚ ਇਹ ਗੱਲ ਆਖੀ ਕਿ ਜਿਹੜੇ ਇਹ ਬੋਲ ਹੈ ਬੂਝ ਨਾ ਸਕੈ ਬਿਨਾ ਚਿਤ ਲਾਏ, ਇਹਨਾਂ ਨੂੰ ਬਗੈਰ ਚਿਤ ਲਾਏ ਤੂੰ ਲੱਭ ਨਹੀਂ ਸਕਦਾ। ਤੇ ਜਦੋਂ ਇਹ ਬੋਲ ਬੋਲੇ ਉਸ ਵਕਤ ਨਾ ਜਿਹੜਾ ਚੰਦਨ ਸੀ ਬੜਾ ਹੈਰਾਨ ਹੋਇਆ। ਹੁਣ ਬੋਲ ਸੀ ਥੋੜਾ ਜਿਹਾ ਫਿਰ ਮੈਂ ਰਿਪੀਟ ਕਰਾਂ ਤੁਹਾਨੂੰ ਵੀ ਸਮਝ ਲੱਗ ਜਾਵੇ। ਧੰਨਾ ਜੀ ਆਖਣ ਲੱਗੇ ਨੀਨ ਮਰੇ ਜਲ ਕੇ ਪਰਸੇ ਕਬਹੂ ਨਾ ਮਰੇ ਅਗਨ ਮੈਂ ਪਾਏ। ਨੀਨ ਆਖਦੇ ਨੇ ਮੱਛੀ ਨੂੰ, ਤੇ ਹੁਣ ਧੰਨਾ ਜੀ ਆਖਣ ਲੱਗੇ ਮੀਨ ਮਰੇ ਜਲ ਕੇ ਪਰਸੇ, ਜਦੋਂ ਮੱਛੀ ਨੂੰ ਜਲ ਦੇ ਵਿੱਚ ਪਾ ਦੋ ਮੱਛੀ ਮਰ ਜਾਂਦੀ ਹੈ। ਕਬਹੂ ਨਾ ਮਰੇ ਅਗਨ ਮੈਂ ਪਾਏ, ਮੱਛੀ ਉਸ ਵਕਤ ਨਹੀਂ ਮਰਦੀ ਜਦੋਂ ਉਹਨੂੰ ਅੱਗ ਦੇ ਵਿੱਚ ਸੁੱਟ ਦਈਏ। ਹੁਣ ਇਹ ਜਿਹੜੀ ਕਵਿਤਾ ਦੇ ਬੋਲ ਐਦਾਂ ਦੇ ਆ। ਤੇ ਉਸ ਵਕਤ ਨਾ ਚੰਦਨ ਇਹ ਵਾਰ-ਵਾਰ ਸੋਚਦਾ ਗਿਆ ਤੇ ਅਖੀਰ ਆਖਣ ਲੱਗਿਆ ਕਿ ਮਹਾਰਾਜ ਜੀ ਜਿਹੜੇ ਧੰਨੇ ਨੇ ਬੋਲ ਆਖੇ ਆ, ਜਾਂ ਤਾਂ ਇਹ ਸਹੀ ਨਹੀਂ ਆਖੇ ਆ। ਇਹ ਤਾਂ ਆਖਦਾ ਹੈ ਕਿ ਜਿਹੜੀ ਮੱਛੀ ਹੈ ਜਲ ਵਿੱਚ ਪਾ ਕੇ ਮਰ ਜਾਂਦੀ ਹੈ ਤੇ ਅਗਨ ਵਿੱਚ ਪਾ ਕੇ ਉਹ ਬਚ ਜਾਂਦੀ ਹੈ। ਤੇ ਉਸ ਵਕਤ ਧੰਨਾ ਆਖਣ ਲੱਗਿਆ ਕਿ ਚੰਦਨ ਜੀ ਹੈ ਤਾਂ ਵਿਦਵਾਨ ਤੁਸੀਂ ਖੁਦ ਦੱਸੋ ਕਿ ਮੱਛੀ ਜਲ ਦੇ ਵਿੱਚ ਮਰਦੀ ਹੈ ਕਿ ਜੀਂਦੀ ਹੁੰਦੀ ਹੈ। ਤੇ ਜਦੋਂ ਇਹ ਗੱਲ ਆਖੀ ਨਾ ਉਸ ਵਕਤ ਸਾਧ ਸੰਗਤ ਜੀ ਧੰਨਾ ਜੀ ਆਖਣ ਲੱਗੇ ਕਿ ਚੰਦਨ ਜੀ ਬਸ ਇਹਦਾ ਵਿਸਰਾਮ ਦਾ ਹੀ ਫਰਕ ਸੀ, ਵਿਸਰਾਮ ਦਾ ਹੀ ਫਰਕ ਸੀ ਇਹਦਾ। ਉਹ ਵਿਸਰਾਮ ਕਿਹੜਾ ਸੀ, ਇਹਦਾ ਜਿਹੜਾ ਵਿਸਰਾਮ ਲੱਗਣਾ ਸੀ ਨਾ, ਜਿਹੜਾ ਇੱਕ ਰੁਕਣਾ ਸੀ, ਉਹ ਸੀ ਸਾਧ ਸੰਗਤ ਜੀ ਨੀਨ ਮਰੇ ਜਲ ਕੇ ਪਰਸੇ ਕਬਹੂ ਨਾ, ਇੱਥੇ ਜਾ ਕੇ ਰੁਕਣਾ ਸੀ। ਫਿਰ ਧਿਆਨ ਨਾਲ ਸੁਣਿਓ, ਨੀਨ ਮਰੇ ਜਲ ਕੇ ਪਰਸੇ ਕਬਹੂ ਨਾ ਮਰੇ ਅਗਨ ਮਹਿ ਪਾਏ, ਕਿ ਜਿਹੜੀ ਮੱਛੀ ਆ ਪਾਣੀ ਵਿੱਚ ਨਹੀਂ ਮਰਦੀ, ਮਰੇ ਅਗਨ ਮਹਿ ਪਾਏ।
ਤੇ ਜਦੋਂ ਮੱਛੀ ਨੂੰ ਅੱਗ ਵਿੱਚ ਪਾਣਾ ਮਰ ਜਾਣਾ। ਬਸ ਇਹਦਾ ਆਹੀ ਨੁਕਤਾ ਸੀ। ਉਹ ਨੁਕਤਾ ਸਾਧ ਸੰਗਤ ਜੀ ਨਾ ਮਿਲਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਿਹੜਾ ਅਹੰਕਾਰ ਸੀ ਨਾ ਚੰਦਨ ਦਾ, ਉਹ ਚੂਰ ਚੂਰ ਕਰਕੇ ਰੱਖ ਦਿੱਤਾ। ਸਾਧ ਸੰਗਤ ਜੇ ਅੱਜ ਵੀ ਅਹੰਕਾਰ ਕਰਕੇ ਆਪਾਂ ਗੁਰੂ ਦਰਬਾਰ ਵਿੱਚ ਆਵਾਂਗੇ, ਸਾਡੇ ਅਹੰਕਾਰ ਨੂੰ ਚੂਰ ਕਰਨ ਵਾਲਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬੈਠੇ ਆ। ਇਸ ਕਰਕੇ ਹੱਥ ਜੋੜ ਬੇਨਤੀ ਹੈ ਗੁਰਮੁਖੋ, ਦੇਖੋ ਪ੍ਰਕਾਸ਼ ਪੁਰਬ ਮਨਾ ਰਹੇ ਆ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਰਹਿਮਤ ਕਰਨ। ਆਪ ਸਾਰੇ ਨਗਰ ਦੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਆਪ ਜੀ ਨੇ ਬੜੀ ਇਕਾਗਰਤਾ ਦੇ ਨਾਲ, ਬੜੇ ਧਿਆਨ ਦੇ ਨਾਲ ਸੁਣਿਆ ਤੇ ਜਿਹੜੀਆਂ ਬੇਨਤੀਆਂ ਕੀਤੀਆਂ ਸੀ ਉਹਨੂੰ ਵੀ ਧਿਆਨ ਵਿੱਚ ਰੱਖਿਆ। ਸਾਧ ਸੰਗਤ ਜੀ, ਮੈਂ ਸਮਾਪਤੀ ਕਰਨ ਲੱਗਿਆ। ਇੱਕ ਦੋ ਬੇਨਤੀ ਆਪ ਯਾਦ ਵਿੱਚ ਰੱਖਿਓ। ਪਹਿਲੀ ਬੇਨਤੀ ਹੈ ਕਿ ਅੱਜ ਤੋਂ ਬਾਅਦ ਤੁਹਾਨੂੰ ਕਦੇ ਪ੍ਰਕਾਸ਼ ਪੁਰਬ ਭੁੱਲਣਾ ਨਹੀਂ ਚਾਹੀਦਾ। ਜਿਹੜੀ ਡੇਟ ਹੈ ਨਾ, ਅਸਲ ਡੇਟ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦੀ, ਉਹ ਹੈ 1666 22 ਦਸੰਬਰ। ਇਹ ਸਾਧ ਸੰਗਤ ਚੇਤੇ ਰੱਖਿਓ। ਕੱਲ ਨੂੰ ਜਦੋਂ ਵੀ ਆਪਾਂ ਕਿਤੇ ਮਨਾਈਏ ਨਾ ਤੇ ਸਾਨੂੰ ਪਤਾ ਹੋਣਾ ਚਾਹੀਦਾ। ਬੱਚਿਆਂ ਨੂੰ ਦੱਸ ਸਕੀਏ ਤੇ ਅੱਜ ਸਾਡੇ ਬੱਚੇ ਹੀ ਵਾਂਝੇ ਪਏ ਆ ਤੇ ਆਪ ਵੀ ਖੁਦ ਵਾਂਝੇ ਪਏ ਆ। ਬੜੀਆਂ ਚੀਜ਼ਾਂ ਸਾਧ ਸੰਗਤ ਚੱਲ ਰਹੀਆਂ, ਚਲੋ ਸਾਰੀਆਂ ਵਿਚਾਰਾਂ ਨਹੀਂ ਕਰ ਸਕਦੇ, ਬੜਾ ਕੁਝ ਸਾਡੇ ਨਾਲ ਅੱਜ ਹੋ ਰਿਹਾ ਤੇ ਇਸੇ ਕਰਕੇ ਆਪਾਂ ਪਿੱਛੇ ਹਟਦੇ ਜਾ ਰਹੇ ਹਾਂ। ਮੈਂ ਤਾਂ ਸਵੇਰੇ ਇੱਕ ਆਪਣੇ ਨਗਰੇ ਬੇਨਤੀ ਕੀਤੀ ਸੀ, ਸਾਧ ਸੰਗਤ ਜੀ ਸਾਡਾ ਹਾਲ ਨਾ ਅੱਜ ਇਹੋ ਜਿਹਾ ਹੋ ਗਿਆ। ਪ੍ਰਕਾਸ਼ ਪੁਰਬ, ਜਿਹੜਾ ਪ੍ਰਕਾਸ਼ ਪੁਰਬ ਮਨਾ ਰਹੇ ਆ, ਤੁਸੀਂ ਗੁਰਬਾਣੀ ਕੀਰਤਨ ਦੀਵਾਨਾਂ ਵਿੱਚ ਅਕਸਰ ਜਾਂਦੇ ਰਹਿੰਦੇ ਹੋ। ਵਾਹਿਗੁਰੂ ਜੀ। ਸਾਧ ਸੰਗਤ ਜੀ ਤੁਸੀਂ ਦੀਵਾਨਾਂ ਵਿੱਚ ਜਾਂਦੇ ਰਹਿੰਦੇ ਹੋ ਤੇ ਇੱਕ ਕਦੇ ਤੁਸੀਂ ਜਦੋਂ ਗੁਰਬਾਣੀ ਕੋ ਬੰਦਾ ਕੀਰਤਨ ਕਰਨ ਆਉਂਦੇ ਆ, ਤੁਸੀਂ ਸਾਰੇ ਆਪਣੇ ਜੀਵਨ ਵਿੱਚ ਝਾਤੀ ਮਾਰ ਕੇ ਦੇਖਿਓ। ਗੁਰਬਾਣੀ ਦਾ ਵਚਨ ਹੈ ਗੰਧਨ ਵੈਣ ਰਤਾ ਹਿਤਕਾਰੀ। ਮਹਾਰਾਜ ਕਹਿੰਦੇ ਜਿਹੜੇ ਸਾਡੇ ਕੰਨ ਹੈ ਨਾ, ਉਹ ਸਾਧ ਸੰਗਤ ਜੀ ਅੱਜ ਗੰਧਨ ਵੈਣ ਨੂੰ ਸੁਣ ਕੇ ਰਾਜੀ ਹੈ। ਗੰਧਨ ਵੈਣ, ਗੰਧਨ ਆਖਦੇ ਨੇ ਸਾਧ ਸੰਗਤ ਜੀ, ਉਹ ਗੰਦਗੀ ਨੂੰ, ਵੈਣ ਆਖਦੇ ਨੇ ਸ਼ਬਦਾਂ ਨੂੰ। ਤੇ ਜਿਹੜੇ ਸਾਡੇ ਕੰਨ ਹੈ ਨਾ, ਅੱਜ ਗੰਧਨ ਵੈਣ ਸੁਣਨ ਨੂੰ ਤਿਆਰ ਹੈ। ਤੇ ਮੇਰਾ ਇਹ ਪੱਕਾ ਤਜਰਬਾ ਹੈ ਤੇ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ। ਸਾਧ ਸੰਗਤ ਜੀ, ਜੇ ਬੱਚਾ ਨਾ, ਜੇ ਬੱਚਾ ਵੀ ਵਿਆਹ ਦੇ ਵਿੱਚ ਜਾਵੇ ਨਾ, ਸਿਆਣਿਆਂ ਦਾ ਵੀ ਇਹੀ ਹਾਲ ਹੈ, ਬੱਚਿਆਂ ਦਾ ਵੀ ਇਹੀ ਹਾਲ ਹੈ। ਜਦੋਂ ਵਿਆਹ ਦੇ ਵਿੱਚ ਜਾਂਦੇ ਨਾ, ਆਪਾਂ ਕਹਿ ਕੇ ਲਵਾਉਂਦੇ ਵੀ ਆਹ ਭਾਈ ਗਾਣਾ ਲਾ, ਇੱਦਾਂ ਹੀ ਕਰਦੇ ਆ। ਪਰ ਕਦੇ ਅੱਜ ਤੱਕ ਤੁਸੀਂ ਝਾਤੀ ਮਾਰ ਕੇ ਦੇਖੋ, ਕਦੇ ਕਿਸੇ ਰਾਗੀ ਸਿੰਘ ਨੂੰ ਕਿਹਾ ਵੀ ਨਹੀਂ ਤੁਸੀਂ ਆਹ ਸ਼ਬਦ ਪੜ੍ਹੋ, ਕਿਉਂਕਿ ਸ਼ਬਦ ਸਾਨੂੰ ਯਾਦ ਨਹੀਂ ਹੈ, ਗੁਰਬਾਣੀ ਸਾਨੂੰ ਯਾਦ ਨਹੀਂ ਹੈ। ਕਦੇ ਨਹੀਂ ਸਾਧ ਸੰਗਤ ਜੀ, ਕੋਈ ਬਿਰਲਾ ਹੋਵੇਗਾ ਜੇ ਸੰਗਤ 100 ਦੀ 200 ਦੀ ਗਿਣਤੀ ਵਿੱਚ ਹੈ, ਕੋਈ 2-4 ਗੁਰਮੁਖ ਹੋਣਗੇ ਜਿਹੜੇ ਆਖਣਗੇ ਕਿ ਭਾਈ ਸਾਹਿਬ ਜੀ ਚਲੋ ਤੁਸੀਂ ਆਹ ਸ਼ਬਦ ਪੜ੍ਹਦੇ ਹੋ, ਕਿਉਂਕਿ ਕਦੇ ਇੱਧਰ ਨੂੰ ਧਿਆਨ ਨਹੀਂ ਦਿੱਤਾ। ਹੱਥ ਜੋੜ ਬੇਨਤੀ ਹੈ ਸਾਧ ਸੰਗਤ ਜੀ, ਜਦੋਂ ਵੀ ਆਪਾਂ ਘਰਾਂ ਦੇ ਵਿੱਚ ਪਾਠ ਕਰਾਂਗੇ, ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਗ੍ਰੰਥੀ ਸਿੰਘ ਵਧੀਆ ਹੋਣ। ਦੂਸਰੀ ਗੱਲ ਹੈ, ਆਪਾਂ ਬੈਠ ਕੇ ਗੁਰਬਾਣੀ ਨੂੰ ਸੁਣੋ, ਸਤਿਕਾਰ ਕਰੋ ਗੁਰਮੁਖ ਪਿਆਰਿਆਂ ਦਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ। ਰੱਜ ਰੱਜ ਕੇ ਪ੍ਰਕਾਸ਼ ਪੁਰਬ ਮਨਾਵੋ, ਪਰ ਨਾਲ ਆਪਣੀ ਜ਼ਿੰਦਗੀ ਵਿੱਚ ਸੁਧਾਰ ਲੈ ਕੇ ਆਓ। ਸਾਧ ਸੰਗਤ ਜੀ, ਪਾਤਸ਼ਾਹ ਦਾ ਜੀਵਨ ਬੇਅੰਤ ਹੈ, ਬਹੁਤ ਵੱਡਾ ਹੈ। ਇਹ ਤਾਂ ਇਹ ਹੈ ਜਿਵੇਂ ਅਥਾਹ ਸਮੁੰਦਰ ਹੋਵੇ, ਇਹਦੇ ਵਿੱਚੋਂ ਆਪਾਂ ਕੁਝ ਕੁ ਬੂੰਦਾਂ ਹੀ ਚੁੱਕਣ ਦਾ ਯਤਨ ਕੀਤਾ ਹੈ। ਸੋ ਇੰਨੀ ਕੁ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ। ਭੁੱਲ ਚੁੱਕ ਦੀ ਖਿਮਾ ਜੀ। ਫਿਰ ਸਾਰੀ ਸੰਗਤ ਦਾ ਧੰਨਵਾਦ, ਸਾਰੇ ਪ੍ਰਬੰਧਕ ਵੀਰਾਂ ਦਾ, ਗੁਰੂ ਘਰ ਦੇ ਵਜ਼ੀਰਾਂ ਧੰਨਵਾਦ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।